ਬੇਨਤੀ ਨੂੰ ਨੇੜੇ ਰੱਖਾਂ। ਜਿਹੜਾ ਮੈਨੂੰ ਹੁਕਮ ਕੀਤਾ, ਤੁਸੀਂ ਮੇਰੇ ਤੇ ਭਰੋਸਾ ਕੀਤਾ, ਹਾਲਾਂਕਿ ਮੈਨੂੰ ਆਪਣੀ ਅਲਪਗਤਾ ਤੇ ਅਗਿਆਨਤਾ ਦਾ ਪਤਾ ਵੀ ਮੈਂ ਇਹਦੇ ਯੋਗ ਨਹੀਂ, ਪਰ ਗੁਰੂ ਦੀ ਬਖਸ਼ਿਸ਼ ਬੜੀ ਵੱਡੀ ਹੈ, ਇੱਕ ਕਿਣਕੇ ਨੂੰ ਸੂਰਜ ਬਣਾ ਦਿੰਦੀ ਹੈ। ਇੱਥੇ ਤੇ ਸਤਿਗੁਰ ਮਿਹਰ ਕਰਦੇ ਨੇ, ਗੂੰਗੇ ਵੀ ਬੋਲਣ ਲੱਗ ਜਾਂਦੇ ਨੇ। ਗੁਰੂ ਕੀ ਬਖਸ਼ਿਸ਼ ਐਸੀ ਹੈ, ਤੇ ਉਹ ਬਖਸ਼ਿਸ਼ ਨਾਲ ਹੀ ਆਪਾਂ ਸੁਣਾਉਣਾ ਵੀ ਹੈ ਤੇ ਸੁਣਨਾ ਵੀ ਹੈ, ਤੇ ਸਾਡੇ ਸਾਰਿਆਂ ਤੇ ਬਰਾਬਰ ਵਰਤ ਰਹੀ ਹੈ। ਹੁਕਮ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਦੀ ਅੰਮ੍ਰਿਤਮਈ ਗੁਰਬਾਣੀ ਸ਼ਲੋਕ ਮਹੱਲਾ 9ਵਾਂ ਬਾ ਕਮਾਲ ਨਹੀਂ ਹੈ, ਤੇ ਉਹਨਾਂ ਦੀ ਆਪਾਂ ਵਿਚਾਰ ਆਰੰਭਣੀ ਹੈ। ਤੇ ਆਪ ਜੀ ਨੂੰ ਮੇਰੀ ਇੱਕੋ ਵਾਰ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਬੜੇ ਪਿਆਰ ਨਾਲ ਇਕਾਗਰਚੀਤ ਹੋ ਕੇ, ਮਾਤਾਵਾਂ ਭੈਣਾਂ ਤੁਸੀਂ ਬੈਠੇ ਹੋ ਸਤਿਕਾਰਯੋਗ, ਤਕਰੀਬਨ ਮੈਨੂੰ ਲੱਗਦਾ ਸੁਖਮਨੀ ਸੁਸਾਇਟੀ ਅੰਮ੍ਰਿਤਮਈ ਬਾਣੀ ਦੀਆਂ ਸਾਰੀਆਂ ਮਾਤਾਵਾਂ ਭੈਣਾਂ ਇੱਥੇ ਬਿਰਾਜਮਾਨ ਨੇ, ਤੇ ਉਹਦੀ ਪੰਕਤੀ ਆਪਾਂ ਰੋਜ਼ ਪੜ੍ਹਦੇ ਹਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਕਿਸ ਤਰ੍ਹਾਂ ਤਰੀਕਾ ਕੀ ਹੈ, ਨਾਲ ਹੀ ਦੱਸਿਆ ਸਾਵਧਾਨ ਇਕਾਗਰਚੀਤ। ਬਸ ਇਕਾਗਰਤਾ ਬਣਾ ਲਿਓ। ਪਤਾ ਨਹੀਂ ਗੁਰੂ ਜੀ ਦੀ ਗੁਰਬਾਣੀ ਦਾ ਉਪਦੇਸ਼ ਇਹ ਜਿਹੜਾ ਸੂਰਜ ਵਾਂਗੂ ਰੁਸ਼ਨਾ ਰਿਹਾ, ਕੋਈ ਇੱਕ ਕਿਨਕਾ ਵੀ ਕਿਤੇ ਸਾਡੇ ਹਿਰਦੇ 'ਚ ਉਤਰ ਗਿਆ, ਇਹ 40 ਦੇ 40 ਦਿਨ, 40 ਦਿਨਾਂ 'ਚ ਸਾਡੀਆਂ ਸਾਰੀਆਂ ਤਨ ਮਨ ਧਨ ਦੀਆਂ ਸੇਵਾਵਾਂ ਸਾਰਥਿਕ ਰੂਪ ਵਿੱਚ ਸਫਲ ਹੋ ਜਾਵਣਗੀਆਂ। ਸੋ ਇੱਕੋ ਵਾਰ ਕਹਿਣ ਤੇ ਸਾਰੇ ਬੇਨਤੀ ਨੂੰ ਪ੍ਰਵਾਨ ਕਰੋ, ਇਕਾਗਰਤਾ ਬਣਾ ਲਓ, ਸਿੱਧੇ ਬੈਠੋ। ਬਿਲਕੁਲ ਐਦਾਂ ਨਹੀਂ ਬੈਠਣਾ ਵੀ ਜਿਵੇਂ ਅਸੀਂ ਥੱਕੇ ਟੁੱਟੇ ਆਏ ਆ, ਪਤਾ ਨਹੀਂ ਕੀ ਹੋ ਗਿਆ, ਹੁਣੇ ਕਿਸੇ ਨੇ ਚੱਕ ਕੇ ਲੈ ਜਾਣਾ ਜਾਂ ਗਿਰ ਜਾਣਾ, ਨਹੀਂ, ਕਿਉਂਕਿ ਤੁਹਾਨੂੰ ਦੇਖ ਕੇ ਸਾਡਾ ਮਨੋਬਲ ਵਧਣਾ ਹੈ। ਠੀਕ ਹੈ ਜੀ, ਬਿਲਕੁਲ ਸਾਵਧਾਨ ਚੌਂਕੜਾ ਮਾਰੋ, ਇਕਾਗਰਤਾ ਬਣਾਓ। ਸਭ ਤੋਂ ਪਹਿਲਾਂ ਹਾਜ਼ਰੀ ਲਵਾਉਂਦੇ ਹੋਏ ਅਸੀਸ ਬਖਸ਼ੋ, ਪਾਓ ਫਤਿਹ ਦੀ ਸਾਂਝ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ 9ਵਾਂ, ਸਾਨੂੰ ਸਭ ਨੂੰ ਪਤਾ ਵੀ ਇਹ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਜਾ ਕੇ ਆਉਂਦੇ ਨੇ, ਜਿੱਥੇ ਤਕਰੀਬਨ ਸਾਰੀ ਗੁਰਬਾਣੀ, ਪਹਿਲੇ 5 ਪਾਤਸ਼ਾਹ ਦੀ ਗੁਰਬਾਣੀ, ਭਗਤ ਸਾਹਿਬਾਨ ਦੀ ਗੁਰਬਾਣੀ, ਭੱਟਾਂ ਦੇ ਸਵਈਏ ਆਦਿਕ ਸਮਾਪਤ ਹੋ ਜਾਂਦੇ ਨੇ, ਅਖੀਰ ਵਿੱਚ ਸ਼ਲੋਕ ਨੇ। ਅਖੀਰ ਵਿੱਚ ਕੀ ਹੁੰਦਾ ਹੈ? ਟੀਵੀ ਸੀਰੀਅਲ, ਨਾਟਕ, ਫਿਲਮਾਂ ਸਭ ਨੇ ਵੇਖੀਆਂ, ਵੇਖਦੇ ਵੀ ਆ। ਜਦੋਂ ਐਂਡ ਆ ਜਾਂਦਾ ਨਾ ਕਿਸੇ ਕਹਾਣੀ ਦਾ, ਉਹਦੇ ਵਿੱਚ ਸਿੱਟਾ ਕੱਢਿਆ ਹੁੰਦਾ ਹੈ ਵੀ ਰਿਜ਼ਲਟ ਕੀ ਹੈ। ਜਿਹੜੇ 2-3 ਘੰਟੇ ਜਾਂ 20-25 ਸੀਰੀਅਲ ਕੰਟੀਨਿਊ ਵੇਖੇ ਨੇ, ਉਹਦਾ ਰਿਜ਼ਲਟ ਕੀ ਹੈ, ਉਹ ਆਖਿਰ ਵਿੱਚ ਹੁੰਦਾ ਹੈ। ਪੂਰੀ ਗੁਰਬਾਣੀ ਦਾ ਤਤਸਾਰ, ਸਿੱਟਾ, ਰਿਜ਼ਲਟ ਉਹ ਗੁਰੂ ਤੇਗ ਬਹਾਦਰ ਜੀ ਦੀ ਅੰਮ੍ਰਿਤਮਈ ਗੁਰਬਾਣੀ ਸ਼ਲੋਕ ਮਹੱਲਾ 9ਵਾਂ ਵਿੱਚ ਹੈ। ਤਕਰੀਬਨ 57 ਸ਼ਲੋਕ ਨੇ ਤੇ 59 ਸ਼ਬਦ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਵੀਰ ਜੀ ਬੈਠੇ ਨੇ, ਗੁਰੂ ਸਾਹਿਬ ਜੀ ਦੇ ਹਜ਼ੂਰੀ ਇਸ ਸਥਾਨ ਦੇ ਕਥਾਵਾਚਕ ਭਾਈ ਬੇਅੰਤ ਸਿੰਘ ਜੀ, ਉਹ ਦੱਸ ਰਹੇ ਸਨ ਹੁਣੇ ਹੀ ਕਿ ਸਵੇਰ ਦੇ ਦੀਵਾਨਾਂ ਵਿੱਚ ਗੁਰੂ ਸਾਹਿਬ ਜੀ ਦੇ 59 ਸ਼ਬਦਾਂ ਦੀ ਲੜੀਵਾਰ ਵਿਆਖਿਆ ਚੱਲ ਰਹੀ ਹੈ। ਮੁਬਾਰਕ ਹੈ, ਧੰਨਵਾਦ, ਇਹਨਾਂ ਨੇ ਯਤਨ ਕੀਤਾ, ਬਹੁਤ ਜ਼ਰੂਰੀ ਹੈ। ਜਿਸ ਗੁਰੂ ਜੀ ਦਾ ਦਿਨ ਮਨਾਉਂਦੇ ਹਾਂ ਨਾ, ਉਹਨਾਂ ਨੇ ਕੀ ਕੀਤਾ ਤੇ ਕੀ ਕਿਹਾ, 2 ਗੱਲਾਂ ਨੇ, ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਕੀ ਕੀਤਾ ਗੁਰ ਇਤਿਹਾਸ, ਕੀ ਕਿਹਾ ਗੁਰਬਾਣੀ। ਪਰ ਜਿਹੜੀ ਸਭ ਦੇ ਮੰਨਣਯੋਗ ਗੱਲ, ਜਿਹੜੀ ਜ਼ਰੂਰੀ ਹੈ, ਉਹ ਕੀ ਕਿਹਾ, ਇਹ ਸਾਰਿਆਂ ਵਾਸਤੇ ਜ਼ਰੂਰੀ ਹੈ। ਕੀ ਕੀਤਾ ਸ਼ਾਇਦ ਅਸੀਂ ਨਾ ਕਰ ਪਾਈਏ, ਕੀਤੇ ਹੋਏ ਨੂੰ ਅਸੀਂ ਨਹੀਂ ਕਰ ਪਾਵਾਂਗੇ। ਇਸੇ ਕਰਕੇ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਅਵੇਅਰ ਕਰ ਦਿੱਤਾ, ਕਹਿੰਦੇ ਕੀਤੇ ਮਗਰ ਨਾ ਦੌੜ ਪਿਓ, ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਕਹਿੰਦੇ ਜੋ ਗੁਰੂ ਨੇ ਕਿਹਾ ਨਾ, ਗੁਰੂ ਜੀ ਦੇ ਸ਼ਬਦ, ਗੁਰੂ ਜੀ ਦੀ ਗੁਰਬਾਣੀ, ਸਾਕਾਰ ਕਮਾਵੋ, ਉਹਦੇ ਮੁਤਾਬਿਕ ਜੀਵਨ ਜੀਵਿਓ। ਕਰਨੀ ਮਗਰ ਕਿਉਂ ਦੌੜੋਗੇ ਸਿੱਖੋ? ਕਰਨੀ ਅਸੀਂ, ਮੈਨੂੰ ਲੱਗਦਾ ਵੀ ਸ਼ਾਇਦ ਗੁਰੂ ਸਾਹਿਬ ਨੂੰ ਪਤਾ ਵੀ ਅਸੀਂ ਨਹੀਂ ਕਰ ਸਕਾਂਗੇ। ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਤਿਲਕ ਜੰਜੂ ਨੂੰ ਬਚਾਉਣ ਖਾਤਰ ਮਾਨਵਤਾ ਲਈ, ਧਰਮ ਲਈ, ਹੱਕ ਲਈ, ਸੱਚ ਲਈ ਸੀਸ ਕੁਰਬਾਨ ਕਰ ਦਿੱਤਾ। ਅਸੀਂ ਨਹੀਂ ਕਰ ਪਾਵਾਂਗੇ, ਇਹ ਗੁਰ ਕੀ ਕਰਨੀ ਹੈ। 5ਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠ ਗਏ, ਅਸੀਂ ਨਹੀਂ ਬੈਠ ਸਕਾਂਗੇ।
ਅਸੀਂ ਤੇ ਤੱਤੇ ਕਮਰੇ 'ਚ ਨਹੀਂ ਬੈਠ ਸਕਦੇ, ਸਾਨੂੰ ਏਸੀ ਚਾਹੀਦਾ, ਪੱਖੇ ਚਾਹੀਦੇ ਨੇ, ਬੰਦਾ ਤਪ ਜਾਂਦਾ ਹੈ। ਤਵੀ ਤੇ ਬੈਠਣਾ ਸੌਖੀ ਗੱਲ ਨਹੀਂ, ਇਹ ਕਰਨੀ ਹੈ। ਮਹਾਰਾਜ ਨੂੰ ਪਤਾ ਨਹੀਂ ਹੋਵੇਗੀ, ਕਹਿੰਦੇ ਉਸ ਪਾਸੇ ਨਾ ਦੌੜਿਓ, ਜੋ ਗੁਰੂ ਨੇ ਕਿਹਾ ਉਹ ਕਮਾ ਲਿਓ। ਉਹ ਕੀ ਹੈ? ਸ਼ਲੋਕ ਮਹਲਾ 9ਵਾਂ। ਆਓ, ਤਕਰੀਬਨ ਜਦੋਂ ਵੀ ਸ਼੍ਰੀ ਸਹਿਜ ਪਾਠ ਸਾਹਿਬ, ਅਖੰਡ ਪਾਠ ਸਾਹਿਬ ਦੀ ਸਮਾਪਤੀ ਹੁੰਦੀ ਹੈ, ਇੱਕ ਸਾਡੇ 'ਚ ਹੋਰ ਰਵਾਇਤ ਪ੍ਰਚਲਿਤ ਹੋ ਗਈ, ਵਿਚਾਰ ਧਾਰਾ ਪ੍ਰਚਲਿਤ ਹੋਈ ਕਿ ਜੇ ਕੋਈ ਪੂਰਾ ਗੁਰੂ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਜਾਂ ਅਖੰਡ ਪਾਠ ਸਾਹਿਬ ਦਾ ਪਾਠ ਨਹੀਂ ਸੁਣ ਸਕਿਆ, ਉਸ ਸ਼ਲੋਕ ਮਹੱਲਾ 9ਵਾਂ ਨੂੰ ਸੁਣ ਲਏ, ਉਹਨੂੰ ਪੂਰੇ ਪਾਠ ਦਾ ਮਹੱਤਵ ਮਿਲ ਜਾਂਦਾ। ਵਿਚਾਰ ਪ੍ਰਚਲਿਤ ਹੈ ਕਿਉਂਕਿ ਉਹਦੇ ਵਿੱਚ ਤੱਤ ਸਾਰਦੇ ਆ। ਵਾਹਿਗੁਰੂ। ਹੁਣ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੁਖੈਨ ਨੇ, ਹੋ ਸਕਦਾ ਤੁਹਾਡੇ ਚੋਂ ਕਈਆਂ ਨੂੰ ਇਹ ਕੰਠ ਵੀ ਹੋਣ, ਪੜਨ ਵਿੱਚ, ਸੁਣਨ ਵਿੱਚ ਜਿਤਨੇ ਸੌਖੇ ਨੇ, ਵਿਚਾਰਨ ਅਤੇ ਸਮਝਣ ਵਿੱਚ ਉਤਨੇ ਗਹਿਰੇ ਵੀ ਨੇ, ਬੜੇ ਗਹਿਰੇ ਨੇ। ਹਰ ਇੱਕ ਇੱਕ ਸ਼ਲੋਕ ਇੰਜ ਹੈ ਜਿਵੇਂ ਗਾਗਰ ਵਿੱਚ ਸਾਗਰ ਭਰਿਆ ਪਿਆ ਹੈ। ਹੁਣ ਮੈਨੂੰ ਨਹੀਂ ਪਤਾ ਵੀ ਆਪਾਂ ਕਿੰਨੇ ਸ਼ਲੋਕਾਂ ਦੀ ਵਿਆਖਿਆ ਕਰ ਪਾਵਾਂਗੇ, ਗੁਰੂ ਜਾਣਦਾ। ਜਿੰਨੀ ਵੀ ਹੋਈ ਉਹ ਗੁਰੂ ਕੀ ਕਿਰਪਾ ਹੀ ਹੋਏਗੀ। ਬਸ ਆਪਾਂ ਯਤਨ ਕਰਨਾ ਕਿ ਉਹਨਾਂ ਬਚਨਾਂ ਦੇ ਉੱਪਰ ਉਹਨਾਂ ਨੂੰ ਸੁਣਨਾ, ਮੰਨਣਾ ਤੇ ਗੁਰੂ ਜੀ ਤੋਂ ਕਿਰਪਾ ਲੈ ਕੇ ਕਮਾਉਣਾ। ਆਰੰਭ ਕਰਨ ਲੱਗਾ, ਜਿਹੜੀਆਂ ਸੰਗਤਾਂ ਨੂੰ ਯਾਦ ਨੇ ਨਾਲ ਬੋਲਿਓ। ਸ਼ਲੋਕ ਮਹੱਲਾ 9ਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲ, ਸੰਖੇਪ ਮੰਗਲ, ਸ਼ਾਰਟ। ਇਕ ਓੰਕਾਰ ਸਤਿਗੁਰ ਪ੍ਰਸਾਦ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 524 ਵਾਰ ਆਏਗਾ ਜੀ। ਇਹਨੂੰ ਸੰਖੇਪ ਮੰਗਲ ਕਹਿੰਦੇ ਨੇ। ਸਭ ਤੋਂ ਵਧੇਕ ਵਾਰ ਇਹ ਆਉਂਦਾ ਹੈ। ਜਦੋਂ ਨਵੀਂ ਬਾਣੀ ਸ਼ੁਰੂ ਹੋਏ, ਭਗਤ ਸਾਹਿਬਾਨ ਜੀ ਦੀ ਬਾਣੀ ਸ਼ੁਰੂ ਹੋਏ, ਰਾਗ ਸ਼ੁਰੂ ਹੋਏ, ਉੱਥੇ ਮਹਾਰਾਜ ਮੰਗਲ ਲਿਖਦੇ ਨੇ। ਇਹਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹਦੇ ਜੈਸਾ ਦੂਸਰਾ ਨਹੀਂ ਹੈ। ਕਿਸੇ ਹੋਰ ਪਾਸੇ ਦੂਜੇ ਨੂੰ ਰੱਬ ਨਾ ਮੰਨ ਲੈਣਾ। ਇੱਕ ਤੋਂ ਬਿਨਾ ਜੋ ਦੂਜਾ ਦਿਸਦਾ ਹੈ ਉਹ ਜੰਮਦਾ ਹੈ, ਮਰਦਾ ਹੈ, ਖਤਮ ਹੋ ਜਾਂਦਾ ਹੈ, ਆਉਂਦਾ ਜਾਂਦਾ ਹੈ, ਰੋਗਾਂ ਵਿੱਚ ਹੈ, ਵਿਕਾਰਾਂ ਵਿੱਚ ਹੈ, ਮਾਇਆ ਦੇ ਬੰਧਨਾਂ ਵਿੱਚ ਹੈ। ਇੱਕ ਹੈ ਬਸ। ਅਕਾਲ ਇੱਕ ਹੈ, ਪਰਮ ਸ਼ਕਤੀ ਇੱਕ ਹੈ, ਵਾਹਿਗੁਰੂ ਇੱਕ ਹੈ, ਰਾਮ ਇੱਕ ਹੈ, ਅੱਲਾ ਇੱਕ ਹੈ, ਗੋਡ ਇੱਕ ਹੈ। ਉਹਨੇ ਆਪਣੇ ਸ਼ਕਤੀ ਨਾਲ ਸਾਰਾ ਸੰਸਾਰ ਸਾਜ ਦਿੱਤਾ। ਪਰ ਦੂਜੀ ਗੱਲ, ਉਹਨੇ ਆਪਣੀ ਜੋਤ ਸਾਰਿਆਂ ਵਿੱਚ ਟਿਕਾ ਦਿੱਤੀ ਹੈ। ਓੰਕਾਰ, ਵਿਆਪਕਤਾ, ਉਹਦੀ ਸੱਤਾ ਸਾਰੇ ਪਾਸੇ ਹੈ। ਲਾਈਟ ਜਗਦੀ ਹੈ, ਫਾਰ ਐਗਜ਼ਾਮਪਲ, ਨਿੱਕੀ ਜਿਹੀ ਉਦਾਹਰਨ, ਰੋਸ਼ਨੀ ਸਾਰੇ ਪਾਸੇ ਹੀ ਹੈ। ਠੀਕ ਹੈ ਵੀ ਇਹਦਾ ਇੱਕ ਦਾਇਰਾ ਸੀਮਤ ਹੈ। ਸੂਰਜ ਚੜ੍ਹਦਾ ਸਾਰੇ ਪਾਸੇ ਰੋਸ਼ਨੀ, ਉਹਨੂੰ ਕਹਿੰਦੇ ਨੇ ਉਹਦੀ ਵਿਆਪਕਤਾ। ਓੰਕਾਰ ਦਾ ਅਰਥ ਹੈ ਵਿਆਪਕਤਾ, ਸਰਬ ਵਿਆਪੀ। ਜੋ ਜੋਤ ਇੱਥੇ ਸਾਡੇ ਵਿੱਚ ਹੈ, ਉਹੀ ਜੋਤ ਫੋਰਨ ਦੇ ਕਿਸੇ ਦੇਸ਼, ਕੰਟਰੀ, ਮਜ਼ਹਬ, ਜ਼ਾਤ, ਛੋਟਾ ਪਿੰਡ, ਸ਼ਹਿਰ, ਨਗਰ, ਕੋਈ ਵੀ ਮੰਨ ਲਓ, ਕੋਈ ਵੀ ਬਸ਼ਿੰਦਾ, ਜੋਤ ਉੱਥੇ ਵੀ ਉਹੀ ਪਸਰ ਰਹੀ ਹੈ। ਓੰਕਾਰ। ਸਤ ਗੁਰ ਪ੍ਰਸਾਦ। ਹੋ ਸਕਦਾ ਤੁਹਾਨੂੰ ਥੋੜਾ ਜਿਹਾ ਅਜੀਬ ਲੱਗੇ, ਅਸੀਂ ਪੜ੍ਹਦੇ ਹਾਂ ਸਤਿਗੁਰ ਪ੍ਰਸਾਦ, ਇਹ ਵੀ ਠੀਕ ਹੈ। ਸਤ ਤੇ ਵਿਸ਼ਰਾਮ ਦਿਓਗੇ, ਗੁਰ ਪ੍ਰਸਾਦ ਅਲੱਗ ਕਰੋਗੇ। ਉਹ ਵਾਹਿਗੁਰੂ ਜਿਹੜਾ ਇੱਕ ਹੈ, ਸਰਬ ਵਿਆਪੀ ਹੈ, ਉਹ ਸਤ ਹੈ। ਸਤ ਦਾ ਅਰਥ ਹੁੰਦਾ ਸਦੀਵ, ਹਮੇਸ਼ਾ, ਫਾਰ ਐਵਰ, ਜਿਹਨੇ ਨਾ ਜੰਮਣਾ, ਨਾ ਮਰਨਾ, ਨਾ ਆਉਣਾ, ਨਾ ਜਾਣਾ, ਨਾ ਘਟਣਾ, ਨਾ ਵਧਣਾ, ਜੋ ਸਦਾ ਹੈ, ਜੋ ਵਿਨਾਸ਼ ਨਹੀਂ ਹੁੰਦਾ, ਜਿਹਨੂੰ ਤੁਸੀਂ ਤੋੜ ਨਹੀਂ ਸਕਦੇ, ਘਟਾ ਨਹੀਂ ਸਕਦੇ, ਭੰਗ ਨਹੀਂ ਸਕਦੇ, ਜਿਹਦਾ ਮੁਕਾਬਲਾ ਨਹੀਂ ਕਰ ਸਕਦੇ, ਜੋ ਹਰ ਥਾਂ ਤੇ ਹੈ, ਹਰ ਸਮੇਂ ਹੈ, ਹਰ ਇੱਕ ਦੇ ਅੰਦਰ ਹੈ। ਸਤ ਤੋਂ ਬਿਨਾਂ ਸਦੀਵ ਕੁਝ ਵੀ ਨਹੀਂ ਹੁੰਦਾ। ਤੇ ਮਹਾਰਾਜ ਕਿੱਦਾਂ ਪਹੁੰਚੀਏ, ਕਿੱਦਾਂ ਜੁੜੀਏ, ਕਿੱਦਾਂ ਸਮਝੀਏ, ਕਿੱਦਾਂ ਜਾਣੀਏ? ਕਹਿੰਦੇ ਗੁਰ ਪ੍ਰਸਾਦ। ਕਿਉਂਕਿ ਗੁਰਬਾਣੀ ਦੀ ਮੈਂ ਫੇਰ ਬੇਨਤੀ ਕਰਦਿਆਂ, ਜਿੰਨਾ ਗਹਿਰਾ ਜੁੜੋਗੇ, ਜਿੰਨਾ ਸਮਝਦੇ ਜਾਓਗੇ, ਉਨਾ ਹੀ ਨਵਾਂ ਕੁਝ ਨਿਕਲਦਾ ਚਲਾ ਜਾਏਗਾ। ਇਹ ਖਜ਼ਾਨਾ ਹੈ, ਇਹ ਸਮੁੰਦਰ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਹਦੇ ਚ ਘਾਟ ਨਹੀਂ ਹੈ। ਪਤਾ ਨਹੀਂ ਕੀ ਕੁਝ ਨਿਕਲ ਆਉਂਦਾ। ਮੈਨੂੰ ਇਹ ਪਤਾ ਲੱਗਿਆ, ਤੁਹਾਨੂੰ ਹੋ ਸਕਦਾ ਹੋਰ ਵਧੀਆ ਪਤਾ ਲੱਗ ਜਾਵੇ। ਐਂਡ ਨਹੀਂ ਹੁੰਦਾ ਇਹਦਾ। ਅੱਗੇ ਮਹਾਰਾਜ ਸ਼ੁਰੂ ਕਰਦੇ ਨੇ ਸ਼ਲੋਕ ਮਹੱਲਾ 9ਵਾਂ। ਹੁਣ 9ਵੇਂ ਪਾਤਸ਼ਾਹ ਦੇ ਸ਼ਲੋਕ ਆਰੰਭ ਹੁੰਦੇ ਹਨ। ਪਹਿਲਾ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ,
ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨਾ। ਪਹਿਲੇ ਸ਼ਲੋਕ 'ਚ ਇੱਕ ਖਾਸੀਅਤ ਹੈ ਬੜੀ ਵਧੀਆ। ਇਹ ਗੱਲ ਤੇ ਗੁਰਬਾਣੀ 'ਚ ਬਹੁਤ ਵਾਰ ਆਈ ਹੈ ਵੀ ਰੱਬ ਨੂੰ ਜਪੋ, ਰੱਬ ਨਾਲ ਜੁੜੋ, ਵਾਹਿਗੁਰੂ ਨੂੰ ਸਿਮਰੋ, ਉਹਦਾ ਜਾਪ ਕਰੋ, ਉਹਦੀ ਆਰਾਧਨਾ ਕਰੋ, ਉਹਨੂੰ ਧਿਆਓ। ਬਹੁਤ ਵਾਰੀ ਆਈ ਹੈ ਗੱਲ। ਇਹਦੇ ਨਾਲ ਇੱਕ ਖੂਬਸੂਰਤੀ ਮਹਾਰਾਜ ਨੇ ਪਤਾ ਕੀ ਰੱਖੀ, ਉਹਨਾਂ ਨੇ ਨਾਲ ਐਗਜ਼ਾਮਪਲ ਦਿੱਤੀ ਹੈ, ਉਦਾਹਰਣ ਵੀ ਕਿਵੇਂ ਧਿਆਓ, ਤਰੀਕਾ ਦੱਸਿਆ, ਮੈਥਡ, ਜੁੜਨਾ ਕਿਵੇਂ ਹੈ। ਆਪਾਂ ਜਦੋਂ ਸਕੂਲਾਂ ਵਿੱਚ ਪੜ੍ਹੇ ਆ, ਖਾਸ ਤੌਰ ਤੇ ਮੈਥ ਵਿੱਚ ਕੋਈ ਸਵਾਲ ਹੁੰਦਾ ਸੀ ਜੀ, ਉਹਦੇ ਨਾਲ ਐਕਸਰਸਾਈਜ਼ ਹੁੰਦੀਆਂ ਸਨ, ਐਗਜ਼ਾਮਪਲ ਹੁੰਦੀਆਂ ਸਨ, ਉਦਾਹਰਣ ਵੀ ਇਹਨੂੰ ਇਸ ਤਰ੍ਹਾਂ ਹੱਲ ਕਰੋ, ਜਿਵੇਂ ਆ ਉੱਤਰ ਆਏਗਾ, ਸਵਾਲ ਦਾ ਉੱਤਰ ਇਸ ਤਰ੍ਹਾਂ ਆਏਗਾ। ਪਹਿਲੀ ਪੰਕਤੀ ਹੈ ਜੋ ਅਸੀਂ ਕਰਨਾ, ਜੋ ਸਾਨੂੰ ਹੁਕਮ ਹੈ। ਦੂਜੀ ਪੰਕਤੀ ਹੈ ਵੀ ਕਰਨਾ ਕਿਵੇਂ ਹੈ, ਉਸ ਐਗਜ਼ਾਮਪਲ ਹੈ। ਹੁਣ ਪਹਿਲਾਂ ਮਹਾਰਾਜ ਕਹਿੰਦੇ ਵੀ ਕਰਨਾ ਕੀ ਹੈ। ਮੈਂ ਫੇਰ ਬੇਨਤੀ ਕਰਦੇ ਹਾਂ, ਜਿਹੜੇ ਸ਼ਲੋਕ ਅਖੀਰ ਵਿੱਚ ਨੇ, ਤਤ ਸਾਰ ਪੂਰੀ ਗੁਰਬਾਣੀ ਦਾ, ਮਨੁੱਖ, ਹੇ ਜੀਵ, ਹੇ ਬੰਦੇ, ਤੂੰ ਕੀ ਕਰਨਾ ਤੇ ਕੀ ਕਰਨਾ ਸੀ ਤੇ ਕੀਤਾ ਕੀ ਨਹੀਂ। ਇਹ ਕਹਾਣੀ ਸਾਰੀ ਮਨੁੱਖਤਾ ਦੀ ਹੈ, ਨਾ ਕੱਲੀ ਤੁਹਾਡੀ ਹੈ, ਨਾ ਮੇਰੀ ਹੈ, ਸਾਡੇ ਸਾਰਿਆਂ ਦੀ ਸਾਂਝੀ ਹੈ, ਜਿੰਨੇ ਜੀਵ ਨੇ ਸਭ ਦੀ ਹੈ, ਕਿਉਂਕਿ ਗੁਰਬਾਣੀ ਦਾ ਉਪਦੇਸ਼ ਪੂਰੀ ਮਨੁੱਖਤਾ ਵਾਸਤੇ ਹੈ। ਕਰਨਾ ਕੀ ਸੀ? ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਗੁਣ ਤੂੰ ਗੋਬਿੰਦ ਦੇ ਗੁਣ ਗਾਉਣੇ ਸਨ, ਪਰ ਤੂੰ ਗਾਏ ਨਹੀਂ। ਹੁਣ ਮਹਾਰਾਜ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦੇ ਆਪਣੇ ਆਪ ਨੂੰ ਪੁੱਛ ਕੇ ਵੇਖ, ਤੂੰ ਗੁਰੂ ਨਾਲ ਕਿੰਨਾ ਜੁੜਿਆ, ਗੋਬਿੰਦ ਨਾਲ ਕਿੰਨਾ ਜੁੜਿਆ, ਗੋਬਿੰਦ ਦੇ ਆਸਰੇ ਕਿੰਨਾ ਚੱਲਿਆ, ਗੋਬਿੰਦ ਨੂੰ ਮੰਨ ਕੇ ਕਿੰਨਾ ਚੱਲਿਆ, ਗੋਬਿੰਦ ਨੂੰ ਹਾਜ਼ਰ ਨਾਜ਼ਰ ਕਿੰਨਾ ਮੰਨਿਆ, ਦੁੱਖ ਸੁੱਖ 'ਚ ਤੂੰ ਗੋਬਿੰਦ ਨਾਲ ਕਿੰਨਾ ਖੜਾ ਹੈ, ਉਹ ਹਮੇਸ਼ਾ ਹੀ ਤੇਰੇ ਨਾਲ ਹੈ, ਤੂੰ ਕਿੰਨਾ ਖੜਾ, ਤੇਰਾ ਭਰੋਸਾ ਕਿੰਨਾ ਗੋਬਿੰਦ ਨਾਲ ਸੀ। ਇਹ ਸਵਾਲ ਸਾਡੇ ਸਾਰਿਆਂ ਲਈ ਹੈ ਤੇ ਸਾਰਿਆਂ ਦਾ ਉੱਤਰ ਸਾਡੇ ਅੰਦਰ ਪਿਆ। ਗੁਣ ਗੋਬਿੰਦ ਦਾ ਅਰਥ ਕੇਵਲ ਤੇ ਕੇਵਲ ਰਟਨ ਨਹੀਂ ਹੈ, ਮੈਂ ਬੇਨਤੀ ਕਰਦੇ ਹਾਂ, ਉਹ ਵੀ ਹੈ, ਪਰ ਉਹ ਤੋਂ ਅੱਗੇ ਵੀ ਹੈ। ਵਾਹਿਗੁਰੂ ਕਰਨਾ ਰੱਬ ਦੇ ਨਾਮ ਨਾਲ ਜੁੜਨ ਦੀ ਸ਼ੁਰੂਆਤ ਹੈ। ਪਹੁੰਚਣਾ ਕਿੱਥੇ ਤੱਕ ਹੈ? ਪਹੁੰਚਣਾ ਉੱਥੇ ਤੱਕ ਹੈ ਵੀ ਉਹਦੇ ਭਰੋਸੇ ਤੱਕ, ਉਹਦੀ ਹਾਜ਼ਰ ਨਾਜ਼ਰਤਾ ਤੱਕ। ਪੰਜਵੇਂ ਪਾਤਸ਼ਾਹ ਨੇ ਜਿਹੜਾ ਬਚਨ ਆਖਿਆ, ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ, ਇੱਥੇ ਤੱਕ ਪਹੁੰਚਣਾ ਹੈ, ਇਸ ਭਰੋਸੇ ਤੱਕ ਪਹੁੰਚਣਾ ਹੈ। ਉਹ ਗਾਉਂਦਿਆਂ ਗਾਉਂਦਿਆਂ ਪਤਾ ਲੱਗੇਗਾ, ਜਦੋਂ ਉੱਥੇ ਤੱਕ ਪਹੁੰਚ ਜਾਓਗੇ ਉਦੋਂ ਫਿਰ ਜ਼ੁਬਾਨ ਵਾਹਿਗੁਰੂ ਨਹੀਂ ਕਹੇਗੀ, ਉਦੋਂ ਤੁਹਾਡੀ ਆਤਮਾ, ਮਨ, ਹਿਰਦਾ ਵਾਹਿਗੁਰੂ ਕਹੇਗਾ। ਇੱਥੇ ਤੱਕ ਪਹੁੰਚਣਾ ਹੈ। ਫਿਰ ਤੁਸੀਂ ਉਹਦੇ ਭਰੋਸੇ 'ਚ ਜੀਓਗੇ, ਉਹਦੇ ਆਸਰੇ ਜੀਓਗੇ। ਫਿਰ ਅਸੀਂ ਮਨੁੱਖਾਂ ਦੇ ਆਸਰੇ ਨਹੀਂ ਜੀਵਾਂਗੇ, ਫਿਰ ਅਸੀਂ ਬੰਦੇ ਦੀ ਟੇਕ ਲੈ ਕੇ ਨਹੀਂ ਚੱਲਾਂਗੇ, ਫਿਰ ਅਸੀਂ ਮੜੀਆਂ ਮਸਾਣਾਂ ਦੀ, ਸਾਧਾਂ ਦੀ, ਸਮਾਧਾਂ ਦੀ, ਸ਼ਰਾਧਾਂ ਦੀ ਟੇਕ ਲੈ ਕੇ ਨਹੀਂ ਚੱਲਾਂਗੇ, ਫਿਰ ਅਸੀਂ ਕੇਵਲ ਗੁਰੂ ਦੀ ਟੇਕ ਲੈ ਕੇ ਚੱਲਾਂਗੇ। ਇੱਥੇ ਤੱਕ ਪਹੁੰਚਣਾ ਸੀ। ਇਹਨੂੰ ਕਹਿੰਦੇ ਨੇ ਗੁਣ ਗੋਬਿੰਦ ਗਾ। ਕਹਿੰਦੇ ਨਹੀਂ ਗਾਏ, ਇਸ ਤਰ੍ਹਾਂ ਤੇ ਨਹੀਂ ਗਾਏ, ਭਰੋਸੇ ਨਾਲ ਤੇ ਨਹੀਂ ਗਾਏ ਨਾ। ਕਈ ਵਾਰੀ ਡਰਦਿਆਂ ਡਰਦਿਆਂ ਗਾਏ, ਕਈ ਵਾਰੀ ਕੋਈ ਲਾਲਸਾ ਰੱਖ ਕੇ ਗਾਏ, ਕੋਈ ਇੱਛਾ ਰੱਖ ਕੇ ਗਾਏ, ਉਹ ਪੂਰੀ ਨਾ ਹੋਈ ਤੈਨੂੰ ਛੱਡ ਕੇ ਕਿਸੇ ਹੋਰ ਦੇ ਵੀ ਗਾਏ। ਆਖੋ ਸਤਨਾਮ ਸ਼੍ਰੀ। ਇੱਛਾ ਪੂਰੀ ਨਹੀਂ ਹੋਈ ਤੇ ਰੱਬ ਵੀ ਬਦਲ ਲਿਆ ਬੰਦੇ ਨੇ। ਜਿਵੇਂ ਇੱਕ ਡਾਕਟਰ ਤੋਂ ਇਲਾਜ ਨਾ ਹੋਵੇ, ਕਹਿੰਦੇ ਚਲੋ ਡਾਕਟਰ ਬਦਲ ਲਓ ਜੀ, ਅਸੀਂ ਰੱਬ ਬਹੁਤ ਬਦਲੇ, ਗੁਰੂ ਮਿਹਰ ਕਰੇ। ਬਦਲੇ ਆ ਨਾ, ਬਹੁਤ ਨੇ ਬਦਲੇ ਹੋਣੇ ਨੇ। ਕਮਾਲ ਦੀ ਗੱਲ ਹੈ, ਇੱਕ ਵਿਦਵਾਨ ਦੀ ਮੈਂ ਗੱਲ ਪੜ੍ਹੀ, ਕਹਿੰਦੇ ਰੱਬ ਨੇ ਇੱਕ ਬੰਦਾ ਬਣਾਇਆ ਸੀ, ਪਰ ਇਸ ਬੰਦੇ ਨੇ ਆਪਣੇ ਵਰਗੇ ਅਨੇਕਾਂ ਰੱਬ ਬਣਾ ਲਏ, ਇੱਕ ਰੱਬ ਨਾਲ ਸੰਤੁਸ਼ਟ ਨਹੀਂ ਹੋਇਆ। ਅੱਜ ਰੱਬ ਦੇ ਹਜ਼ਾਰਾਂ ਲੱਖਾਂ ਰੂਪ ਤੁਹਾਨੂੰ ਮਿਲ ਜਾਂਦੇ ਨੇ। ਕਾਲਾ ਰੱਬ, ਪੀਲਾ ਰੱਬ, ਛੋਟਾ ਰੱਬ, ਵੱਡਾ ਰੱਬ, ਮੋਟਾ ਰੱਬ, ਪਤਲਾ ਰੱਬ, ਉੱਚਾ ਰੱਬ, ਨੀਵਾਂ ਰੱਬ, ਪਤਾ ਨਹੀਂ ਰੱਬ ਦੇ ਕਿੰਨੇ ਰੂਪ ਨੇ। ਰੱਬ ਅਸਲੀ ਹੱਥ ਵਿੱਚ ਨਹੀਂ ਆਇਆ, ਉਹਦੀਆਂ ਮੂਰਤੀਆਂ ਬਣ ਗਈਆਂ। ਰੱਬ ਨਹੀਂ ਵੇਚ ਸਕੇ, ਮੂਰਤੀਆਂ ਵਿਕਣ ਲੱਗ ਪਈਆਂ। ਇੱਕ ਵਿਦਵਾਨ ਹੋਰ ਕਹਿੰਦਾ ਮਨੁੱਖ ਨੇ ਸਭ ਤੋਂ ਵੱਡਾ ਖਿਲਵਾੜ ਧਰਮ ਦੇ ਨਾਂ ਤੇ ਰੱਬ ਨਾਲ ਕੀਤਾ, ਰੱਬ ਦੇ ਨਾਂ ਤੇ ਧਰਮ ਨਾਲ ਕੀਤਾ। ਬੰਦੇ ਦੀ ਵਿਰਤੀ ਹੈ ਵੇਚਣਾ ਤੇ ਖਰੀਦਣਾ। ਇਹਨੇ ਸਭ ਕੁਝ ਵੇਚਿਆ, ਸਭ ਖਰੀਦਿਆ। ਜਦੋਂ ਇਹਨੇ ਵੇਖਿਆ ਵੀ ਹੁਣ ਹੋਰ ਕੁਝ ਬਚਿਆ ਨਹੀਂ, ਕਹਿੰਦੇ ਫਿਰ ਧਰਮ ਵੀ ਖਰੀਦ ਲਓ, ਰੱਬ ਵੀ ਖਰੀਦ ਲਓ, ਬੰਦੇ ਵੀ ਖਰੀਦ ਲਓ। ਇਹਨਾਂ ਨੂੰ ਵੇਚ ਵੀ ਦਿਓ, ਖਰੀਦ ਵੀ ਲਓ। खुदाया हफश के बंदे वफा को बेच देते हैं, खुदा के घर की क्या कहिए वो खुदा को बेच देते हैं। ਅੱਜ ਧਰਮ ਵਿਕ ਰਿਹਾ ਹੈ, ਧਰਮ ਦੇ ਨਾਂ ਤੇ ਲੀਡਰ ਵਿਕ ਰਹੇ ਨੇ, ਧਰਮ ਦੇ ਆਗੂ ਵਿਕ ਰਹੇ ਨੇ, ਤੁਹਾਡੇ ਸਾਹਮਣੇ ਹੈ, ਸੱਚ ਹੈ ਨਾ। ਹੁਣ ਮਹਾਰਾਜ ਕਹਿੰਦੇ ਕੀ ਇਹ ਗੁਣ ਗਾਏ ਨੇ ਤੁਸੀਂ? ਗੁਣ ਗਾਉਣ ਵਾਲਾ ਨਾ ਵਿਕਾਊ ਹੁੰਦਾ, ਨਾ ਕਿਸੇ ਨੂੰ ਖਰੀਦਦਾ, ਨਾ ਵਿਕਦਾ।
ਉਹ ਵਿਕਾਊ ਨਹੀਂ ਹੁੰਦਾ, ਕਿਉਂਕਿ ਉਹਦਾ ਜ਼ਮੀਰ ਗੁਰੂ ਨਾਲ ਜੁੜ ਚੁੱਕਿਆ ਹੁੰਦਾ। ਉਹ ਅੰਤਰਾਤਮਾ ਤੋਂ ਗੁਰੂ ਦਾ ਹੋ ਗਿਆ, ਉਹਨੇ ਅੰਦਰੋਂ ਗਾਇਆ ਸੀ, ਉਹ ਜ਼ੁਬਾਨ ਤੋਂ ਹਿਰਦੇ ਤੱਕ ਪਹੁੰਚ ਗਿਆ ਸੀ। ਅਸੀਂ ਜ਼ੁਬਾਨ ਤੱਕ ਰਹਿ ਗਏ, ਤਾਂ ਹੀ ਕਿਹਾ ਵੀ ਨਹੀਂ ਗਾਏ। ਕਹਿੰਦੇ ਨਹੀਂ ਗਾਏ ਤੂੰ। ਕਿਹਨੇ ਗਾਏ ਨੇ ਮਹਾਰਾਜ? ਮਹਾਰਾਜ ਕਹਿੰਦੇ ਗਾਏ ਨੇ, ਪਤਾ ਕਿਹਨੇ ਗਾਏ ਨੇ? ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਤੇ ਕੈਸਾ ਜੀਵਨ ਹੋਏਗਾ? ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਜਿਹੜਾ ਕਿਰਪਾ ਨਾਲ ਜੁੜ ਕੇ ਗਾ ਗਿਆ, ਕਹਿੰਦਾ ਸੁਖੀ ਵੀ ਹੋ ਗਿਆ, ਧਨਤਾ ਦੇ ਵੀ ਯੋਗ ਹੋ ਗਿਆ, ਤੇ ਨਾਨਕ ਉਹ ਤੋਂ ਬਲਿਹਾਰ ਵੀ ਹੋ ਗਿਆ। ਜੋ ਗੁਰੂ ਦੇ ਦੱਸੇ ਮੁਤਾਬਿਕ ਗਾ ਗਿਆ, ਗੁਰੂ ਨਾਲ ਜੁੜ ਗਿਆ, ਗੁਰਮਤਿ ਵਿਚਾਰਧਾਰਾ ਨੂੰ ਜੀਵਨ ਵਿੱਚ ਅਪਣਾ ਗਿਆ, ਕਹਿੰਦੇ ਉਹਦਾ ਗੁਣ ਗਾਉਣਾ ਪ੍ਰਵਾਨ ਹੋਇਆ, ਜੋ ਕਿਰਪਾ ਦਾ ਪਾਤਰ ਬਣਿਆ। ਗੁਣ ਗੋਬਿੰਦ ਗਾਇਓ ਨਹੀਂ, ਜੇ ਨਹੀਂ ਗਾਏ ਤੇ ਨਤੀਜਾ ਕੀ ਨਿਕਲਿਆ? ਜਨਮ ਅਕਾਰਥ ਕੀਨ, ਜਨਮ ਬੇਅਰਥ ਹੋ ਜਾਏਗਾ। ਸਪਸ਼ਟ ਗੱਲ ਹੈ, ਮਹਾਰਾਜ ਨੇ ਕੋਈ ਕਿਸੇ ਦੇ ਮਨ ਚ ਭੁਲੇਖਾ ਨਹੀਂ ਰਹਿਣ ਦਿੱਤਾ ਵੀ ਮਹਾਰਾਜ ਮੈਂ ਤੇ ਇੰਨਾ ਦਾਨ ਕੀਤਾ ਸੀ, ਮੇਰਾ ਸਫਲ ਹੋ ਜਾਏਗਾ, ਮੈਂ ਤੇ ਇੰਨੀਆਂ ਯਾਤਰਾਵਾਂ ਕੀਤੀਆਂ ਨੇ, ਮੇਰਾ ਤੇ ਸਫਲ ਹੋ ਜਾਏਗਾ ਨਾ। ਮਹਾਰਾਜ ਕਹਿੰਦੇ ਨਹੀਂ, ਗੁਣ ਗੋਬਿੰਦ ਦੇ ਗੁਣ ਗਾਉਣ ਤੋਂ ਬਿਨਾਂ ਜਨਮ ਅਕਾਰਥ ਹੈ, ਬੇਅਰਥ ਹੈ, ਕਿਸੇ ਕੰਮ ਦਾ ਨਹੀਂ ਹੈ। ਮੈਂ ਫੇਰ ਬੇਨਤੀ ਕਰਦਿਆਂ ਤੁਹਾਨੂੰ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ, ਮੈਂ ਆਰੰਭ 'ਚ ਬੇਨਤੀ ਕੀਤੀ, ਪੜਨ ਤੇ ਸਮਝਣ ਵਿੱਚ ਬੜਾ ਅੰਤਰ ਹੁੰਦਾ ਹੈ, ਬੜਾ ਅੰਤਰ ਹੁੰਦਾ ਹੈ। ਮਹਾਰਾਜ ਨੂੰ ਗੁਰਬਾਣੀ 'ਚ ਕਹਿਣੀ ਪੈ ਗਈ ਇਹ ਗੱਲ, ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ। ਆਰੰਭ ਵਿੱਚ ਪੜਨਾ ਹੀ ਪਏਗਾ, ਕਿਉਂਕਿ ਪੜੀ ਹੋਈ ਗੱਲ ਹੀ ਬੁੱਝੀ ਜਾਏਗੀ, ਸਮਝੀ ਜਾਏਗੀ। ਜਿਹਨੇ ਪੜਿਆ ਨਹੀਂ ਬੁੱਝੇਗਾ ਵੀ ਨਹੀਂ। ਪਰ ਅਸੀਂ ਪੜ੍ਹਨਾ ਵੀ ਹੈ, ਨਾਲ ਸਮਝਣਾ ਵੀ ਹੈ, ਫਿਰ ਪਤਾ ਲੱਗੇਗਾ ਜਨਮ ਅਕਾਰਥ ਕੀਨ। ਹੱਦ ਹੋ ਗਈ ਮਹਾਰਾਜ, ਮੈਂ ਤੇ ਭੁਲੇਖੇ ਵਿੱਚ ਸਾਂ, ਮੈਨੂੰ ਤੇ ਭੁਲੇਖਾ ਸੀ ਮੈਂ ਦਾਨ ਬਹੁਤ ਕਰਦਾ, ਮੈਂ ਲੰਗਰ ਬਹੁਤ ਲਾਉਣਾ, ਮੈਂ ਤੇ ਲੋਕਾਂ ਦਾ ਪੁੰਨ ਕਰਦਾ, ਮੈਂ ਹਾਂ ਹੱਕ ਹਲਾਲ ਦੀ ਕਮਾਈ ਵੀ ਕਰਦਾ, ਜੇ ਨਹੀਂ ਹੁੰਦੀ ਮੈਂ ਬੇਈਮਾਨੀ ਵੀ ਕਰ ਲੈਣਾ, ਫਿਰ ਥੋੜੀ ਬਹੁਤੀ ਗੁਰਦੁਆਰੇ ਮੰਦਰ ਵੀ ਦੇ ਦੇਣਾ ਵੀ ਚਲੋ ਸ਼ਾਇਦ ਮੇਰੀ ਪਵਿੱਤਰ ਹੋ ਜਾਏ। ਬਲੈਕ ਮਨੀ ਨੂੰ ਮੈਂ ਵਾਈਟ ਕਰਨ ਦੇ ਗੁਰ ਵੀ ਇੱਥੇ ਧਰਮ ਚ ਆ ਕੇ ਸਿੱਖਦਾ। ਅਸੀਂ ਧਰਮ ਨੂੰ ਇਹ ਵੀ ਸੁਣਿਆ ਵੀ ਗੁਰੂ ਬਲੈਕ ਨੂੰ ਵਾਈਟ ਵੀ ਕਰਦਾ ਹੈ। 2 ਨੰਬਰ ਦੀ ਕਮਾਈ ਚ ਉੱਥੋਂ ਦਸਵੰਧ ਦੇ ਦਿਓ, 20% ਦੇ ਦਿਓ, ਅਸੀਂ ਮੇਰੀ ਹੋ ਗਈ। ਬਹੁਤ ਲੋਕ ਕਰਦੇ ਨੇ ਧਰਮ ਦੇ ਨਾਂ ਤੇ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਕੁਝ ਨਹੀਂ ਬਣੇਗਾ। ਗੋਬਿੰਦ ਦੇ ਗੁਣ ਗਾਉਣ ਦਾ ਅਰਥ ਹੀ ਹੈ ਆਪਣੇ ਜੀਵਨ ਵਿੱਚ ਗੋਬਿੰਦ ਨੂੰ ਲੈ ਆਉਣਾ, ਤੁਹਾਡੇ ਜੀਵਨ ਵਿੱਚ ਗੁਰੂ ਆ ਜਾਏ। ਜਿਵੇਂ ਆ ਗੁਰੂ ਕੇ ਨਿਹੰਗ ਫੌਜਾਂ ਬੈਠੀਆਂ ਨੇ, ਗੁਰੂ ਕੇ ਬਹੁਤ ਹੀ ਸਤਿਕਾਰਯੋਗ ਲਾਡਲੀਆਂ ਫੌਜਾਂ, ਇਹਨਾਂ ਦਾ ਬਾਣਾ ਦੇਖਿਆ ਤੇ ਕੀ ਪਤਾ ਲੱਗਿਆ? ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲੀ ਫੌਜ, ਗੁਰੂ ਸਾਹਿਬ ਦਾ ਸਿੱਖ, ਗੁਰੂ ਸਾਹਿਬ ਦਾ ਬੇਟਾ, ਪੁੱਤਰੀ ਬੱਚੀ, ਧੀ ਪੁੱਤਰ। ਪਰ ਨਿਹੰਗ ਬੰਦਾ ਪਤਾ ਕਦੋਂ ਬਣਦਾ ਹੈ? ਜਦੋਂ ਉਹ ਹੰਗਤਾ ਤੋਂ ਰਹਿਤ ਹੋ ਜਾਂਦਾ ਹੈ। ਨਿਹੰਗ ਅਰਥ ਹੋਰ ਵੀ ਨੇ ਦੇ ਗਹਿਰੇ, ਤੁਹਾਨੂੰ ਜ਼ਿਆਦਾ ਜਾਣੇ ਹੋਣਗੇ, ਜਿੰਨਾ ਕਿ ਮੈਨੂੰ ਪਤਾ ਲੱਗਾ ਹੈ। ਜਿੱਥੇ ਹੰਕਾਰ ਜ਼ੀਰੋ ਹੋ ਜਾਂਦਾ, ਮਨਫੀ ਹੋ ਜਾਂਦਾ, ਹੰਗਤਾ ਨਹੀਂ ਰਹਿ ਜਾਂਦੀ। ਜੋ ਹੰਕਾਰ ਲਈ ਜਿੰਦਾ ਵੀ ਨਹੀਂ, ਜਿੱਥੇ ਹੰਕਾਰ ਹੀ ਮਰ ਗਿਆ ਉੱਥੇ ਤੇ ਰੱਬ ਹੀ ਹੁੰਦਾ ਨਾ, ਹੋਰ ਹੁੰਦਾ ਕੀ ਹੈ, ਪਿੱਛੇ ਰਹਿ ਕੇ ਜਾਂਦਾ ਹੈ। ਜਿਹਦੇ ਵਿੱਚ ਹੰਕਾਰ ਹੁੰਦਾ ਹੈ ਉੱਥੇ ਸਮੱਸਿਆਵਾਂ ਬਹੁਤ ਹੁੰਦੀਆਂ ਨੇ। ਜਿਹਦੇ ਵਿੱਚ ਹੰਕਾਰ ਹੀ ਕੋਈ ਨਹੀਂ, ਉਹ ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ, ਮੇਰਾ ਹੈ ਹੀ ਨਹੀਂ। ਇਹਨਾਂ ਨੂੰ ਤੁਸੀਂ ਦੇਖੋਗੇ ਚੱਕਰਵਰਤੀ ਰਹਿੰਦੇ ਨੇ। ਕਿਉਂ ਰਹਿੰਦੇ ਨੇ? ਕਹਿੰਦੇ ਸਾਰੀ ਸਗਲੀ ਧਰਤੀ ਸਾਧ ਕੀ, ਜਿੱਥੇ ਮਰਜੀ ਡੇਰਾ ਲਾ ਲਓ, ਸਾਰਾ ਗੁਰੂ ਦਾ ਹੀ ਹੈ। ਮੈਂ ਆਪਣਾ ਬਖੇੜਾ ਖੜਾ ਕਰ ਲੈਣਾ, ਪਰਤ ਕੇ ਫਿਰ ਪੁੱਤਰਾਂ ਨੇ ਕਬਜ਼ੇ ਕਰ ਲੈਣੇ, ਫਿਰ ਲੜਾਈਆਂ ਹੋਣਗੀਆਂ, ਚੱਕਰਾਂ ਨੇ। ਕਹਿੰਦੇ ਲੋੜ ਹੀ ਕੋਈ ਨਹੀਂ, ਚੱਕਰਵਰਤੀ ਰਹੋ। ਠੀਕ ਹੈ, ਸਮੇਂ ਦੀ ਮਾਰ ਪੈਂਦੀ ਹੈ ਸਾਡੇ ਸਭਨਾਂ ਤੇ, ਸਮੱਸਿਆਵਾਂ ਤਰੁੱਟੀਆਂ ਆ ਜਾਂਦੀਆਂ ਨੇ। ਜਦੋਂ ਗੁਰੂ ਦਾ ਸ਼ਬਦ ਅੰਦਰ ਘਰ ਕਰ ਜਾਏ, ਅਸੀਂ ਕਹਿੰਦੇ ਗੁਰੂ ਕਾ ਸਿੱਖ ਜਾ ਰਿਹਾ। ਹੁਣ ਕੱਲਾ ਸਿੱਖ ਨਹੀਂ ਰਹਿ ਗਿਆ, ਨਾਲ ਗੁਰੂ ਜੁੜ ਗਿਆ। ਇਹਨੂੰ ਕਹਿੰਦੇ ਨੇ ਗੋਬਿੰਦ ਦੇ ਗੁਣ ਗਾਏ, ਜੋ ਜੀਵਨ ਵਿੱਚ ਉਤਰ ਗਏ, ਦਿਸਦੇ ਨੇ। ਬੋਲਾਂ ਚੋਂ ਵੀ ਦਿਸਣੇ ਚਾਹੀਦੇ ਨੇ, ਕੱਲੇ ਬਾਣੇ ਚੋਂ ਨਾ ਦਿਸਣ ਮੇਰੇ ਵਾਂਗੂ, ਬਾਣੇ ਚੋਂ ਵੀ ਨਹੀਂ ਦਿਸਣੇ ਚਾਹੀਦੇ। ਸਾਡੇ ਕਿਰਦਾਰ ਚੋਂ, ਕਰੈਕਟਰ ਚੋਂ, ਆਚਾਰ ਚੋਂ, ਵਿਚਾਰ ਚੋਂ, ਦਸਤਾਰ ਚੋਂ, ਗੁਫਤਾਰ ਚੋਂ, ਰਫਤਾਰ ਚੋਂ ਦਿਸਣੇ ਚਾਹੀਦੇ ਨੇ। ਇਹ ਵੀ ਧਿਆਨ ਵਿੱਚ ਰੱਖਣਾ। ਵਰਨਾ ਕੀ ਹੈ? ਨਤੀਜਾ ਫੇਰ ਹੋਈ ਹੈ ਜਨਮ ਅਕਾਰਥ ਕੀਨ। ਕਹਿੰਦੇ ਨਹੀਂ ਤਾਂ ਤੇਰਾ ਜਨਮ ਬੇਅਰਥ ਹੋ ਜਾਏਗਾ। ਹੁਣ ਮਹਾਰਾਜ ਤਰੀਕਾ ਦੱਸਦੇ ਨੇ ਕੀ ਹੈ। ਕਹਿੰਦੇ ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਕਹਿੰਦੇ ਧਿਆਨ ਰੱਖੀ, ਇਸ ਤਰ੍ਹਾਂ ਜੁੜੀ। ਹੁਣ ਉਦਾਹਰਣ ਹੈ, ਜਿਹ ਬਿਦ, ਜਿਸ ਤਰੀਕੇ ਨਾਲ, ਜਲ ਕੋ ਮੀਨ, ਜਿਵੇਂ ਮੱਛੀ ਪਾਣੀ ਨੂੰ ਗਾਉਂਦੀ ਹੈ, ਪਾਣੀ ਨੂੰ ਸਿਮਰਦੀ ਹੈ। ਹੇ ਮਨੁੱਖ, ਹੇ ਬੰਦੇ, ਤੂੰ ਰੱਬ ਨੂੰ ਇਸ ਤਰ੍ਹਾਂ ਸਿਮਰ।
ਹੁਣ ਮੈਂ ਬੇਨਤੀ ਕਰਦਾ, ਇਹਨੂੰ ਸਮਝਿਓ ਹੁਣ ਗੱਲ ਨੂੰ। ਕਦੀ ਆਪਾਂ ਕਿਸੇ ਨੇ ਇਹ ਨਹੀਂ ਵੇਖਿਆ ਸੁਣਿਆ ਹੋਣਾ ਵੀ ਮੱਛੀ ਨੇ ਰੱਬ ਦੇ ਗੁਣ ਗਾਏ ਨੇ, ਮੱਛੀ ਨੇ ਪਾਣੀ ਨੂੰ ਗਾਇਆ। ਚਲੋ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਗਾਉਂਦੀ ਹੈ, ਪਾਣੀ ਨਾਲ ਜੁੜਦੀ ਹੈ, ਪਾਣੀ ਨੂੰ ਸਿਮਰਦੀ ਹੈ, ਤੂੰ ਇਸ ਤਰ੍ਹਾਂ ਸਿਮਰ। ਕਦੇ ਦੇਖਿਆ ਜੀ ਤੁਸੀਂ ਮੱਛੀ ਪਾਣੀ ਪਾਣੀ ਕਰ ਰਹੀ ਹੋਵੇ, ਮੱਛੀ ਬੋਲੀ ਹੋਵੇ, ਮੱਛੀ ਨੇ ਸਮਾਧੀ ਲਾਈ ਹੋਵੇ, ਮੱਛੀ ਨੇ ਅੱਖਾਂ ਮੀਟੀਆਂ ਹੋਵਣ? ਬੜੀ ਗਹਿਰੀ ਉਦਾਹਰਣ ਦਿੱਤੀ ਹੈ। ਮੈਂ ਤਾਂ ਹੀ ਬੇਨਤੀ ਕੀਤੀ ਸੀ, ਪੜ੍ਹਨ ਵਿੱਚ ਬੜੇ ਸੌਖੇ ਨੇ, ਸੁਣਨ ਵਿੱਚ ਬੜੇ ਕਮਾਲ ਦੇ ਨੇ, ਪਰ ਜਦੋਂ ਸਮਝਣ ਉਤਰਦੇ ਆ ਨਾ, ਕਈ ਵਾਰੀ ਇੱਕ ਸ਼ਲੋਕ ਤੇ ਜ਼ਿੰਦਗੀ ਲੰਘ ਜਾਂਦੀ ਹੈ। ਜੇ ਕਿਤੇ ਬੰਦੇ ਦੀ ਸੁਰਤ ਟਿਕ ਜਾਏ, ਤੀਰ ਟਿਕਾਣੇ ਤੇ ਲੱਗ ਜਾਏ, ਫਿਰ ਇੱਕ ਸ਼ਲੋਕ ਦੀ ਸਾਰੀ ਜ਼ਿੰਦਗੀ ਨਿਕਲ ਜਾਏਗੀ, ਅੱਗੇ ਤੁਰ ਹੀ ਨਹੀਂ ਪਾਓਗੇ। ਗੁਰੂ ਦੇ ਸ਼ਬਦ ਦਾ ਤੀਰ ਜਿਸ ਦਿਨ ਟਿਕਾਣੇ ਤੇ ਲੱਗੇਗਾ। ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਸਿਮਰਦੀ ਹੈ, ਸਿੱਖਾ ਤੂੰ ਇਸ ਤਰ੍ਹਾਂ ਆਪਣੇ ਗੋਬਿੰਦ ਨੂੰ, ਗੁਰੂ ਨੂੰ ਸਿਮਰ। ਹੁਣ ਇਹ ਉਦਾਹਰਣ ਕਿਉਂ ਦਿੱਤੀ? ਮੱਛੀ ਪਾਣੀ ਨੂੰ ਸਿਮਰਦੀ ਕਿਵੇਂ ਹੈ ਪਿਆਰਿਓ? ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਮੱਛੀ ਦਾ ਜੀਵਨ ਪਾਣੀ ਹੈ। ਆ ਛੋਟੇ ਬੱਚੇ ਬੈਠੇ ਨੇ, ਨਿੱਕੇ ਬੱਚੇ, ਧਿਆਨ ਦਿਓ, ਵੱਡਿਆਂ ਦੇ ਧਿਆਨ 'ਚ ਇੱਕ ਮਿੰਟ 'ਚ ਗੱਲ ਆ ਜਾਏਗੀ। ਬਚਪਨ ਵਿੱਚ ਸਕੂਲਾਂ 'ਚ ਇੱਕ ਕਵਿਤਾ ਪੜ੍ਹਾਈ ਜਾਂਦੀ ਸੀ, ਮੱਛਲੀ ਜਲ ਕੀ, ਜਿਨ੍ਹਾਂ ਨੇ ਪੜ੍ਹੀ ਹੈ, ਰਾਣੀ ਹੈ। ਦੇਖੋ ਜਿਹੜੇ ਬੱਚਿਆਂ ਨੇ ਜਿਹੜੀ ਚੀਜ਼ ਬਚਪਨ 'ਚ ਪੜ੍ਹ ਲਈ, ਹੁਣ ਤੱਕ ਯਾਦ ਹੈ, ਤੁਹਾਨੂੰ ਵੱਡਿਆਂ ਨੂੰ ਵੀ ਆ ਗਈ ਹੋਗੀ। ਜਿਵੇਂ ਗੁਰਬਾਣੀ ਪੜ੍ਹਾਈ ਹੁੰਦੀ, ਸੋਧਰ ਰਹਿਰਾਸ ਪੜ੍ਹਾਈ ਹੁੰਦੀ, ਜਪਜੀ ਪੜ੍ਹਾਇਆ ਹੁੰਦਾ, ਸੋਲਾ ਪੜ੍ਹਾਇਆ ਹੁੰਦਾ, ਸਾਡੇ ਵੱਡਿਆਂ ਤੇ ਯਾਦ ਕਿਉਂ ਨਾ ਹੁੰਦਾ? ਹੁਣ ਅੱਜ ਵੱਡੇ ਨੂੰ ਕਿਸੇ ਨੂੰ ਪੁੱਛ ਲਓ ਜਪਜੀ ਸਾਹਿਬ ਯਾਦ ਹੈ, ਮੇਰੇ ਵਰਗਾ ਬੰਦਾ ਨੀਵੀਂ ਪਾ ਲੈਂਦਾ, ਕਿਉਂਕਿ ਪੜ੍ਹਿਆ ਹੀ ਨਹੀਂ। ਸਕੂਲਾਂ ਦੀ ਪੜ੍ਹਾਈ ਤੇ ਪੜ੍ਹਦੀ, ਗੁਰੂ ਵਾਲੀ ਤੇ ਪੜ੍ਹੀ ਨਹੀਂ। ਜਿਹਨੇ ਪੜ੍ਹੀ ਉਹਨੇ ਬੋਲ ਦਿੱਤਾ। मछली जल की रानी है, आगे क्या, जीवन उसका पानी है, जे बिद जल को मीन। आम तौर ਤੇ ਸਿੱਖ ਕਹਿੰਦੇ ਨੇ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ, ਜੇ ਸਿੱਖ ਪੱਕਾ ਹੋਵੇ ਤੇ ਉਹ ਬਾਣੀ ਤੋਂ ਬਿਨਾ ਮਰ ਜਾਂਦਾ ਹੈ। ਆਖੋ ਸਤਨਾਮ। ਆ ਅਵਸਥਾ ਬਣ ਜਾਏ ਸਾਡੀ, ਆ ਅਵਸਥਾ ਬਣ ਜਾਏ। ਹੁਣ ਮਛਲੀ ਦੀ ਉਦਾਹਰਣ ਕਿਉਂ ਦਿੱਤੀ? ਗੁਰੂ ਸਾਹਿਬ ਪਾਣੀ ਵਿੱਚ ਤੇ ਹੋਰ ਵੀ ਜੀਵ ਬਹੁਤ ਰਹਿੰਦੇ ਨੇ, ਪਾਣੀ ਵਿੱਚ ਤੇ ਬੜੇ ਜੀਵ ਰਹਿੰਦੇ ਨੇ। ਥੋੜੀ ਜਿਹੀ ਇਕਾਗਰਤਾ ਬਣਾਓ। ਪਾਣੀ ਵਿੱਚ ਤੇ ਗੁਰੂ ਸਾਹਿਬ ਨੂੰ ਪਤਾ ਸੀ ਵੀ ਇਹ ਗੱਲ ਆਏਗੀ। ਮਹਾਰਾਜ ਕਹਿੰਦੇ ਭਲਿਆ ਪਾਣੀ ਵਿੱਚ ਮੈਨੂੰ ਵੀ ਪਤਾ ਵੀ ਹੋਰ ਬੜੇ ਜੀਵ ਰਹਿੰਦੇ ਨੇ। ਪਾਣੀ 'ਚ ਕੱਛੂ ਕੰਮਾ ਵੀ ਰਹਿ ਲੈਂਦਾ, ਪਾਣੀ 'ਚ ਮਗਰਮੱਛ ਵੀ ਰਹਿੰਦਾ, ਪਰ ਇਹ ਉਹ ਨੇ ਵੀ ਕਦੇ ਰਹਿ ਲੈ ਤੇ ਕਦੇ ਨਾ ਸੀ। ਪਾਣੀ 'ਚ ਚਲੇ ਗਏ ਤਾਂ ਵੀ ਠੀਕ ਹੈ, ਨਾ ਗਏ ਤਾਂ ਵੀ ਠੀਕ ਹੈ। ਕਹਿੰਦੇ ਤੇਰੀ ਪ੍ਰੀਤ, ਤੇਰਾ ਪਿਆਰ ਗੁਰੂ ਨਾਲ ਕੱਛੂ ਕੰਮੇ ਵਰਗਾ, ਮਗਰਮੱਛ ਵਰਗਾ ਨਹੀਂ ਚਾਹੀਦਾ ਵੀ ਕਦੇ ਪ੍ਰੀਤ ਪਾਲੀ ਕਦੇ ਨਾ ਸੀ, ਕਦੇ ਪਾਣੀ 'ਚ ਵੜ ਗਏ ਕਦੀ ਬਾਹਰ। ਨਹੀਂ, ਤੇਰੀ ਪ੍ਰੀਤ ਇਸ ਤਰ੍ਹਾਂ ਨਹੀਂ ਚਾਹੀਦੀ। ਮੱਸਿਆ ਸੰਗਰਾਂਦ ਆ ਕੇ ਬਾਕੀ ਦਿਨ ਸਤਨਾਮ ਵਾਹਿਗੁਰੂ ਛੁੱਟੀ। ਸਾਡਾ ਬਹੁਤਿਆਂ ਦਾ ਇਹੀ ਹਿਸਾਬ ਹੈ। ਅਸੀਂ ਕੁਝ ਦਿਨ ਸਿਲੈਕਟ ਕੀਤੇ ਨੇ ਵੀ ਆਹ ਦਿਨ ਗੁਰੂ ਕੋਲ ਜਾਣਾ, ਤੇ ਆਹ ਦਿਨ ਚਲੇ ਗਏ, ਸਾਰੇ ਦਿਨ ਆਪੇ ਹੀ ਸਫਲ। ਫਿਰ ਲੰਗਰ ਵੀ ਉਸੇ ਦਿਨ ਛਕ ਲੈਣਾ ਚਾਹੀਦਾ, ਬਾਕੀ ਦਿਨ ਮਹਾਰਾਜ ਕਿਰਪਾ ਕਰਦੇ ਲੋੜ ਹੀ ਨਾ ਪਵੇ। ਪਰ ਨਹੀਂ ਹੁੰਦਾ, ਪਤਾ ਹੈ ਵੀ ਪ੍ਰਾਣ ਨਿਕਲਦੇ ਨੇ। 3 ਦਿਨ ਜ਼ਰੂਰੀ ਹੈ, ਤਿੰਨੋਂ ਟਾਈਮ। ਮਹਾਰਾਜ ਕਹਿੰਦੇ ਤਾਂ ਹੀ ਸੁਚੇਤ ਕੀਤਾ, ਕਹਿੰਦੇ ਪਾਣੀ ਵਰਗੀ, ਮੱਛੀ ਵਰਗੀ ਪ੍ਰੀਤ ਰੱਖੀ, ਜਿਵੇਂ ਪਾਣੀ ਤੋਂ ਬਿਨਾ ਇੱਕ ਖਿੰਨ ਨਹੀਂ ਰਹਿ ਸਕਦੀ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉ ਅਧਿਕੋ ਤਿਉ ਸੁਖ ਕਣੋ, ਮਨ ਤਨ ਸ਼ਾਂਤ ਸਰੀਰ। ਜਿਉਂ-ਜਿਉਂ ਪਾਣੀ ਵੱਧਦਾ, ਕਹਿੰਦੇ ਮਛਲੀ ਦੇ ਅੰਦਰ ਉਮਾ ਵੱਧਦਾ ਹੈ, ਉਹ ਹੋਰ ਖੁੱਲ ਕੇ ਮੱਛੀ ਪਾਣੀ ਵਿੱਚ ਘੁੰਮਦੀ ਹੈ, ਕਿਉਂਕਿ ਉਹਦਾ ਜੀਵਨ ਪਾਣੀ ਹੈ। ਬਸ ਆਹ ਉਦਾਹਰਨ ਦਿੱਤੀ ਹੈ। ਇਹਦਾ ਵਿਸਥਾਰ ਬੜਾ ਲੰਮਾ ਹੋ ਸਕਦਾ, ਪਰ ਆਪਾਂ ਅੱਗੇ ਵੀ ਚੱਲਣਾ ਹੈ। ਮਹਾਰਾਜ ਕਹਿੰਦੇ ਜੇ ਤੂੰ ਮਛਲੀ ਵਰਗੀ ਪ੍ਰੀਤ ਆਪਣੇ ਗੁਰੂ ਨਾਲ ਪਾ ਲੈ, ਭਾਵ ਕੀ ਹੈ? ਦੁੱਖ ਆਏ, ਮਾਤਾਵਾਂ ਭੈਣਾਂ ਵਿਸ਼ੇਸ਼ ਤੌਰ ਤੇ ਧਿਆਨ ਦਿਓ, ਦੁੱਖ ਆਏ ਸੁੱਖ ਆਏ, खुशी आए गमी आए, कोई उतरा आए चढ़ाए, कैसा भी समा आए, अरदास करो महाराज तेरा किते लड़ ना छड़ बैठिए, तेरा दर ना छड़ बैठिए। बड़ी वड्डी गुस्ताखी हो जाएगी, पता नहीं किन्ने पछड़ जावांगे। समा आउंदा है, जिंदगी दुखां सुखां दा सुमेल है, वो साडी परखे हुंदी है, पर उत्थे ही बंदा असल विच डोलदा है। मार उत्थे पैंदी है, अज्ञानी बंदे नूं बहुत छेती मार पैंदी है, बहुत छेती लड़ छड़ दिंदा है। गुरु मेहर करे। महाराज कहते जिस दिन मछली वर्गी प्रीत पाले, हर समय गुरु 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 करन लग पे, तो फिर गुरु भी कृपा करेगा, हर समय तेरी बांह भी फड़ के रखेगा। तू मछली वर्गी प्रीत कर, जिस तरह मच्छी ने पानी नूं ध्याया, पानी नूं राध्या, पानी नूं जीवन बना लिया, तू भी उसे तरह गुरु नूं अपना जीवन बना लिया। अगे महाराज कृपा करते ने, भिखियन स्यों काहे रचियो, निमख न होए उदास, कहो नानक भज हर मना, पर न जम की फास। महाराज कहते सारा संसार विख्या, विखियन विषयां विच, विख्या ਦਾ ਅਰਥ ਹੁੰਦਾ ਜ਼ਹਿਰ,
ਸਾਰੀ ਦੁਨੀਆ ਜ਼ਹਿਰ ਵਿੱਚ, ਵਿਕਾਰਾਂ ਵਿੱਚ, ਵਿਸ਼ਿਆਂ ਵਿੱਚ, ਵਾਸ਼ਨਾਵਾਂ ਵਿੱਚ, ਮਾਇਆ ਵਿੱਚ ਖਚਤ ਹੈ। ਪਰ ਕਹਿੰਦੇ ਸਿੱਖਾ ਤੂੰ ਦੱਸ ਕਾਹੇ ਰਚਿਓ, ਕਿਉਂ ਰਚ ਗਿਆ? ਕਮਲਿਆ ਤੂੰ ਜ਼ਹਿਰ ਵਾਲੇ ਪਾਸੇ ਕਿਉਂ ਚਲੇਗਾ? ਗੁਰੂ ਨੇ ਤੈਨੂੰ ਅੰਮ੍ਰਿਤ ਦਾ ਖਜ਼ਾਨਾ ਦਿੱਤਾ ਸੀ। ਅੰਮ੍ਰਿਤ ਦਾ ਖਜ਼ਾਨਾ ਹੋਵੇ, ਬੰਦਾ ਜ਼ਹਿਰ ਵਾਲੇ ਪਾਸੇ ਤੁਰ ਪਏ, ਉਹਨੂੰ ਕੌਣ ਸਿਆਣਾ ਆਖੇ? ਬਾਪੂ ਸਾਨੂੰ ਕਰੋੜ ਰੁਪਈਆ ਬੈਂਕ ਦੇ ਵਿੱਚ ਸੇਵ ਦੇ ਜਾਏ ਵੀ ਲੈ ਪੁੱਤਰਾ ਜਦੋਂ ਲੋੜ ਪਈ ਖਰਚ ਲਈ, ਧਿਆਨ ਨਾਲ, ਆ ਤੇਰਾ ਹੀ ਹੈ। ਪਰ ਬੱਚਾ ਉਹਨੂੰ ਛੱਡ ਬੈਠੇ, ਉਹਨੂੰ ਭੁੱਲ ਬੈਠੇ ਤੇ ਲੋਕਾਂ ਕੋਲ ਜਾ ਕੇ ਭੀਖ ਮੰਗਦਾ ਫਿਰੇ, ਦੇ ਦਿਓ ਜੀ ਮੈਂ ਰੋਟੀ ਖਾਣੀ ਹੈ। ਲੋਕੀ ਕਹਿਣਗੇ ਪਾਗਲ ਹੈ, ਮੂਰਖ ਹੈ। ਬਾਪੂ ਦਾ ਖਜ਼ਾਨਾ ਭੁੱਲ ਗਿਆ, ਮੰਗਦਾ ਫਿਰਦਾ, ਕੌਣ ਸਿਆਣਾ ਆਖੇਗਾ? ਜਦੋਂ ਅਸੀਂ ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਮੰਗਣ ਲੱਗਦੇ ਹਾਂ, ਸਾਡੀ ਹਾਲਤ ਉਸ ਭਿਖਾਰੀ ਤੇ ਕੰਗਾਲ ਵਰਗੇ ਬੰਦੇ ਦੀ ਵਰਗੀ ਹੁੰਦੀ ਹੈ, ਉਸ ਮੂਰਖ ਵਰਗੀ ਹੁੰਦੀ ਹੈ ਜਿਹੜਾ ਖਜ਼ਾਨੇ ਨੂੰ ਛੱਡ ਕੇ ਥਾਂ ਥਾਂ ਤੇ ਮੰਗਦਾ ਹੈ। ਤੇ ਨਤੀਜਾ ਕੀ ਨਿਕਲਦਾ? ਅਸੀਂ ਵਿਸ਼ਿਆਂ 'ਚ, ਵਿਕਾਰਾਂ 'ਚ, ਔਗਣਾਂ 'ਚ, ਜ਼ਹਿਰ 'ਚ, ਕੱਲ, ਕਲੇਸ਼, ਈਰਖਾ, ਦਵੈਸ਼, ਨਿੰਦਾ, ਚੁਗਲੀ, ਕਾਮ, ਕ੍ਰੋਧ, ਲੋਭ, ਹੰਕਾਰ ਫਸ ਜਾਂਦੇ ਆ। ਮਹਾਰਾਜ ਜੀ ਕਹਿੰਦੇ ਕਿਉਂ ਰਚਿਆ, ਕਿਉਂ ਫਸ ਗਿਆ? ਵਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਜਿੰਨੇ ਸਮੇਂ ਲਈ ਵੀ ਤੇਰੀ ਸੁਰਤ ਉੱਥੋਂ ਟੁੱਟੀ ਨਹੀਂ। ਤੂੰ ਨਿੰਦਾ ਚੁਗਲੀ ਨੂੰ ਧਰਮ ਬਣਾ ਲਿਆ, ਤੂੰ ਪਰਕਾ ਬੁਰੇ ਨੂੰ ਆਪਣਾ ਸਭ ਕੁਝ ਮੰਨ ਬੈਠਾ, ਤੂੰ ਹਉਮੈ ਹੰਕਾਰ 'ਚ ਹੀ ਗਲਤਾਨ ਰਿਹਾ, ਤੈਨੂੰ ਗੁਰੂ ਚੇਤੇ ਹੀ ਨਹੀਂ ਆਇਆ। ਇੱਕ ਨਿਮਖ ਜਿੰਨੇ ਸਮੇਂ ਲਈ ਵੀ ਤੇਰੀ ਸੁਰਤ ਜ਼ਹਿਰ 'ਚੋਂ ਨਹੀਂ ਨਿਕਲੀ। ਸੋਚ ਕੇ ਵੇਖੋ ਵੀ ਗੁਰੂ ਸਾਹਿਬ ਵਾਕਈ ਤੇ ਕਹਾਣੀ ਮੇਰੀ ਹੈ, ਇਹ ਤਾਂ ਤੁਸੀਂ ਮੈਨੂੰ ਕਹਿ ਰਹੇ ਤੇ ਮੇਰੀ ਗੱਲ ਹੈ। ਵਾਕਈ ਮੈਂ ਤੇ ਇੱਕ ਨਿਮਖ ਜਿੰਨੇ ਸਮੇਂ ਲਈ ਵੀ ਉਦਾਸ ਹੋਇਆ ਹੀ ਨਹੀਂ। ਮੈਂ ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਛੱਡ ਹੀ ਨਹੀਂ ਪਾਇਆ, ਜ਼ਹਿਰ ਨੂੰ ਛੱਡ ਹੀ ਨਹੀਂ ਪਾਇਆ। ਸੁਰਤ ਕਰਕੇ ਕਿੱਥੇ ਫਸੇ ਹੋ? ਮੈਂ ਧਿਆਨ ਵਿੱਚ ਰੱਖਿਓ ਇਸ ਗੱਲ ਨੂੰ। ਸੁਰਤ ਕਿੱਥੇ ਫਸੀ ਹੈ? ਮਨ ਕਿੱਥੇ ਫਸਿਆ? ਸਰੀਰ ਇੱਥੇ ਬੈਠਾ, ਕਈ ਵਾਰੀ ਸਰੀਰ ਇੱਥੇ, ਮਨ ਫਿਰ ਸੰਸਾਰ 'ਚ, ਵਿਕਾਰ 'ਚ, ਕਾਰੋਬਾਰ 'ਚ, ਦੁਨੀਆਦਾਰ 'ਚ, ਵਿਕਾਰਾਂ 'ਚ ਚਲਾ ਜਾਂਦਾ ਹੈ। ਉਹਨੂੰ ਕਿਹਾ, ਕਹਿੰਦੇ ਉਹਨੂੰ ਰੋਕ ਕੇ ਰੱਖ। ਉਹ ਕਿਉਂ ਚਲਾ ਗਿਆ? ਕਹੋ ਨਾਨਕ ਭਜ ਹਰ ਮਨਾ, ਜੇ ਤੂੰ ਆਹ ਤਰੀਕਾ ਅਪਣਾ ਲੈ, ਹਰੀ ਦਾ ਭਜਨ ਤੇਰੀ ਜੀਵਨ ਦਾ ਆਧਾਰ ਬਣ ਜਾਏ, ਪਰੈ ਨਾ ਜਮ ਕੀ ਫਾਸ। ਮਹਾਰਾਜ ਕਹਿੰਦੇ ਮੈਂ ਲਿਖ ਕੇ ਦੇਣਾ, ਤੇਰੇ ਗਲ ਵਿੱਚ ਜਮ ਦੀ ਫਾਹੀ ਨਹੀਂ ਪਏਗੀ। ਲਿਖ ਕੇ ਦੇ ਦਿੱਤਾ ਮਹਾਰਾਜ ਨੇ। ਕਈ ਵਾਰੀ ਅਸੀਂ ਗੱਲ ਕਰਦੇ ਹਾਂ, ਬੰਦਾ ਕਹਿੰਦਾ ਮੈਂ ਗਰੰਟੀ ਲੈਣਾ, ਅਸੀਂ ਕਹਿੰਦੇ ਲਿਖ ਕੇ ਦੇ, ਸਾਈਨ ਕਰ। ਜੋ ਲਿਖਦੇ ਸਾਈਨ ਕਰਦੇ, ਅਸੀਂ ਕਹਿੰਦੇ ਵੀ 100% ਸੇਫ ਹੈ, ਸਿਕਿਉਰ ਹੈ, ਭਰੋਸਾ ਹੋ ਗਿਆ, ਲਿਖ ਦਿੱਤਾ। ਮਹਾਰਾਜ ਨੇ ਲਿਖ ਦਿੱਤਾ। ਹੁਣ ਮੁਸ਼ਕਲ ਇਹ ਹੈ ਵੀ ਸਾਡਾ ਭਰੋਸਾ ਫੇਰ ਕੋਈ ਨਹੀਂ ਬਣਦਾ, ਸਾਡਾ ਭਰੋਸਾ ਨਹੀਂ ਬਣਦਾ। ਜੇ ਬਣਿਆ ਹੁੰਦਾ ਅੱਜ ਸਿੱਖ ਵਿਕਾਰੀ ਨਾ ਹੁੰਦਾ, ਸਿੱਖ ਜ਼ਹਿਰੀ ਨਾ ਹੁੰਦਾ, ਸਿੱਖ ਹੰਕਾਰੀ ਨਾ ਹੁੰਦਾ। ਮੈਂ ਖਿਮਾ ਸਹਿਤ ਬੇਨਤੀ ਕਰਦਿਆਂ, ਆਮ ਬੰਦੇ ਦੀ ਗੱਲ ਛੱਡੋ, ਸਾਡੇ ਵੱਡੇ ਵੱਡੇ ਆਗੂ ਕੀ ਹਾਲਾਤ ਬਣ ਗਏ। ਹੰਕਾਰ ਦੀ ਮਾਰ ਬੜੀ ਪ੍ਰਬਲ ਹੁੰਦੀ ਹੈ, ਬਹੁਤ ਔਖਾ ਹੈ ਤੋਂ ਬਚਣਾ। ਮੈਂ ਫਿਰ ਬੇਨਤੀ ਕਰਦੇ ਆ, ਗੁਰ ਕਿਰਪਾ ਦੇ ਪਾਤਰ ਬਣਾਂਗੇ, ਬਚਾਂਗੇ। ਯਤਨ ਨਾਲ ਕੋਈ ਨਹੀਂ ਬਚ ਸਕਦਾ, ਕਿਰਪਾ ਦੇ ਪਾਤਰ ਬਣਨਾ ਪਏਗਾ। ਇਸ ਪਾਸੇ ਮਨ ਨੂੰ ਤੋਰਨਾ ਪਏਗਾ। ਜੋ ਗੁਰ ਕਹੈ ਸੋਈ ਭਲ ਮੰਨੋ, ਉਹਨੂੰ ਭਲਾ ਕਰਕੇ ਮੰਨਣਾ ਪਏਗਾ। ਫਿਰ ਇਸ ਮਾਰ ਤੋਂ ਬਚ ਸਕਦੇ ਹਾਂ। ਮਾਰ ਤੋਂ ਬਚ ਗਏ ਤੇ ਜਮਾਂ ਦੀ ਫਾਹੀ ਤੋਂ ਵੀ ਬਚ ਜਾਵਾਂਗੇ। ਅੱਗੇ ਕਿਰਪਾ ਕਰਦੇ ਨੇ ਤੀਜਾ ਸ਼ਲੋਕ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਤਰਨਾਪੋ ਕੀ ਹੁੰਦਾ? ਤਰਨਾਪੋ ਦਾ ਅਰਥ ਹੁੰਦਾ ਜਵਾਨੀ। ਸਾਰੀ ਜਵਾਨੀ ਨੂੰ ਉਪਦੇਸ਼ ਦੇ ਦਿੱਤਾ। ਕਹਿੰਦੇ ਬੰਦਿਆ ਤੂੰ ਸੁਣ ਲੈ, ਤਰਨਾਪੋ ਜਵਾਨੀ ਦਾ ਸਮਾਂ ਇਉਂ ਹੀ ਗਇਓ, ਐਵੇਂ ਹੀ ਲੰਘ ਗਿਆ। ਇਉਂ ਹੀ ਗਏ ਤਾਂ ਬੇਅਰਥ ਲੰਘ ਗਿਆ, ਕਿਸੇ ਕੰਮ ਨਹੀਂ ਆ। ਜਵਾਨੀ ਕੁਝ ਨਹੀਂ ਖੱਟਿਆ, ਕੇਵਲ ਵਿਆਹ ਹੋਇਆ, 4-5 ਬੱਚੇ ਜੰਮ ਲਏ, ਪਰਿਵਾਰ ਵੱਡਾ ਹੋ ਗਿਆ, 20-50 ਲੱਖ ਰੁਪਇਆ ਕਮਾ ਲਿਆ, ਹੋਰ ਕੁਝ ਵੀ ਨਹੀਂ ਪੱਲੇ ਪਿਆ। ਧਰਮ ਤੋਂ ਜ਼ੀਰੋ ਹੋ ਗਿਆ, ਗੁਰੂ ਤੋਂ ਜ਼ੀਰੋ ਹੋ ਗਿਆ। ਕਈਆਂ ਦੇ ਸਿੱਖਾਂ ਤੋਂ ਸਿਰਾਂ ਤੋਂ ਸਿੱਖੀ ਵੀ ਚਲੀ ਗਈ, ਗੁਰੂ ਤੋਂ ਵੀ ਦੂਰ ਹੋ ਗਿਆ। ਰਹਿ ਗਈਆਂ ਪੱਲੇ ਛਿਲੜਾਂ, ਉਹ ਕੰਮ ਕੋਈ ਨਹੀਂ ਆਇਆ। ਜਦੋਂ ਔਖਾ ਵੇਲਾ ਆਇਆ ਫਿਰ ਕਹਿੰਦਾ ਵੀ ਚਲੋ ਹੁਣ ਗੁਰੂ ਕੋਲ। ਤਰਨਾਪੂ ਇਉਂ ਹੀ ਗਇਓ। ਧਰਮ ਦੇ ਵਿੱਚ ਸਭ ਤੋਂ ਕੀਮਤੀ ਸਮਾਂ ਸਾਡੇ ਮਨੁੱਖਾ ਜੀਵਨ ਦਾ ਜਵਾਨੀ ਮੰਨਿਆ ਗਿਆ, ਸਭ ਤੋਂ ਕੀਮਤੀ ਸਮਾਂ। ਵਿਦਵਾਨ ਕਹਿੰਦੇ ਨੇ ਜੇ ਕਿਸੇ ਨੇ ਰੱਬ ਨੂੰ ਮਿਲਣਾ ਉਹ ਜਵਾਨੀ ਵਿੱਚ ਮਿਲ ਸਕਦਾ, ਬੜੀ ਛੇਤੀ ਮਿਲ ਸਕਦਾ ਹੈ। ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਭਵ ਸਾਗਰ ਕੇ ਤਰਨ ਕੋ, ਤਰਨ ਵਾਸਤੇ, ਪਾਰ ਹੋਣ ਵਾਸਤੇ ਤਰਨ ਅਵਸਥਾ ਆਹੇ। ਲਫ਼ਜ਼ ਇੱਕੋ ਹੀ ਹੈ, ਅਰਥ ਦੋ ਹੋ ਗਏ। ਜੇ ਭਵ ਸਾਗਰ ਤਰਨਾ
ਇਹਨੂੰ ਤਰਨ ਵਾਸਤੇ ਤਰਨ ਅਵਸਥਾ, ਜਵਾਨੀ ਦੀ ਅਵਸਥਾ ਬੜੀ ਉੱਤਮ ਹੈ। ਜਦੋਂ ਇਹ ਚਲੀ ਗਈ ਫਿਰ ਕਹਿੰਦੇ ਜ਼ਰਾ ਉਪਾਉ ਨਾ ਹੋ ਸਕੇ ਜ਼ਰਾ ਅਵਸਥਾ ਮਾਹੇ। ਜ਼ਰਾ ਥੋੜਾ ਜਿਹਾ ਵੀ, ਜ਼ਰਾ ਉਪਾਉ ਨਾ ਹੋ ਸਕੇ, ਜਰਾ ਵੀ ਥੋੜਾ ਜਿਹਾ ਵੀ ਉਪਾਉ ਨਹੀਂ ਹੋ ਸਕੇਗਾ ਜ਼ਰਾ ਅਵਸਥਾ ਮਾਹੇ। ਜਦੋਂ ਜ਼ਰਾ ਬੁਢਾਪੇ ਦਾ ਰੋਗ ਆ ਜਾਏਗਾ ਫਿਰ ਤੇ ਗੋਡੇ ਹੀ ਨਹੀਂ ਹਿੱਲਣ ਦਿੰਦੇ। ਫਿਰ ਬਾਬਾ ਫਰੀਦ ਜੀ ਦੇ ਬੋਲ ਚੇਤੇ ਆ ਜਾਂਦੇ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ਼ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰੇ ਪ੍ਰਾਨੀ। ਹੁਣ ਅੱਖਾਂ ਵੀ ਜਵਾਬ ਦੇ ਗਈਆਂ, ਦੰਦ ਵੀ ਜਵਾਬ ਦੇ ਗਏ, ਗੋਡੇ ਲੱਤਾਂ ਬਾਹਾਂ ਸਰੀਰ ਦਿਮਾਗ ਸਭ ਜਵਾਬ ਦੇ ਗਏ। ਹੁਣ ਤੇ ਬੇਬੇ ਬਾਪੂ ਨੂੰ ਰੋਟੀ ਮੰਜੇ ਤੇ ਹੀ ਚਾਹੀਦੀ ਹੈ। ਕੁਦਰਤੀ ਹੈ, ਸੁਭਾਵਿਕ ਹੈ। ਮਹਾਰਾਜ ਕਹਿੰਦੇ ਉਹ ਸਮਾਂ ਆ ਗਿਆ, ਉਹ ਤੋਂ ਪਹਿਲਾਂ ਤੋਂ ਜਵਾਨੀ ਕਿਉਂ ਨਹੀਂ ਸਾਂਭੀ? ਜਵਾਨੀ ਤੋਂ ਵਿਕਾਰਾਂ ਚ ਵਿਸ਼ਿਆਂ ਚ ਇੱਧਰ ਉੱਧਰ ਲੰਘਾ ਦਿੱਤੀ। ਨਸ਼ਿਆਂ ਚ ਗਲਤਾਨ ਹੋ ਗਈ ਜਵਾਨੀ, ਔਗਣਾਂ ਚ ਗਲਤਾਨ ਹੋ ਗਈ ਜਵਾਨੀ। ਜਿੰਨੀ ਤਰੱਕੀ ਸੰਸਾਰ ਦੀ ਜਵਾਨਾਂ ਨੇ ਕੀਤੀ ਹੈ ਇਹ ਚ ਕੋਈ ਸ਼ੱਕ ਨਹੀਂ, ਬੜੀ ਤਰੱਕੀ ਹੋਈ ਹੈ। ਹਰ ਤਰੱਕੀ ਵਿੱਚ, ਹਰ ਵਿਕਾਸ ਵਿੱਚ ਰੋਲ ਜਵਾਨ ਅਵਸਥਾ ਦਾ ਹੁੰਦਾ ਹੈ। ਬਾਰਡਰਾਂ ਦੇ ਉੱਪਰ ਦੇਸ਼ ਦੀ ਰੱਖਿਆ ਕੌਣ ਕਰਦੇ ਨੇ? ਜਵਾਨ ਕਰਦੇ ਨੇ। ਜੰਗ ਦੇ ਮੈਦਾਨਾਂ 'ਚ ਕੌਣ ਖਪਦੇ ਨੇ? ਜਵਾਨ ਖਪਦੇ ਨੇ। ਖੇਡਾਂ ਦੇ ਵਿੱਚ ਕੌਣ ਜਾਂਦੇ ਨੇ? ਜਵਾਨ ਜਾਂਦੇ ਨੇ। ਧੁੱਪਾਂ ਦੇ ਵਿੱਚ, ਅਤ ਦਰਜੇ ਦੀ ਠੰਡ ਵਿੱਚ ਕੌਣ ਲੋਹੇ ਨਾਲ ਲੋਹਾ ਲੈਂਦਾ? ਜਵਾਨ ਲੈਂਦੇ ਨੇ। ਤੇ ਜਵਾਨੀ ਵਿੱਚ ਕੀ ਹੁੰਦਾ? ਜਵਾਨੀ ਵਿੱਚ ਸਰੀਰ ਵਿੱਚ ਸ਼ਕਤੀ ਪੂਰੀ ਹੁੰਦੀ ਹੈ, ਪੂਰੇ ਅੰਗ ਸਹੀ ਸਲਾਮਤ ਨੇ, ਸਰੀਰ ਵਿੱਚ ਇਤਨਾ ਜ਼ੋਰ ਹੈ, ਇਤਨਾ ਬਲ ਹੈ, ਇਤਨਾ ਜੋਸ਼ ਹੈ, ਇਹ ਜੋ ਚਾਹੇ ਕਰ ਸਕਦਾ ਹੈ। ਪਰ ਜੇ ਇਹਨੂੰ ਸਾਂਭਿਆ ਨਾ, ਜਵਾਨੀ ਨੂੰ ਸਹੀ ਪਾਸੇ ਨਾ ਲਾਇਆ, ਜਿੰਨਾ ਵਿਕਾਸ ਜਵਾਨੀ ਨੇ ਕੀਤਾ ਸਹੀ ਪਾਸੇ ਨਾ ਤੁਰੀ, ਵਿਨਾਸ਼ ਵੀ ਜਵਾਨੀ ਨੇ ਕੀਤਾ। ਵਿਨਾਸ਼ ਵੀ ਜਵਾਨਾਂ ਨੇ ਕੀਤਾ। ਬੁੱਢਿਆਂ ਨੇ ਤੇ ਪਿੱਛੇ ਬਹਿ ਕੇ ਸਲਾਹ ਕਰ ਲਈ ਵੀ ਫਲਾਣੀ ਥਾਂ ਤੇ ਮੰਦਰ ਮਸਜਿਦ ਹਿੰਦੂ ਮੁਸਲਿਮ ਦੀ ਲੜਾਈ ਕਰਾ ਦਿਓ, ਤੇ ਉੱਥੇ ਹੁਣ ਲੜਾਈ ਕਰਦਾ ਕੌਣ ਹੈ? ਅੱਗਾਂ ਲਾਉਂਦਾ ਕੌਣ ਹੈ? ਜਵਾਨ ਲਾਉਂਦੇ ਨੇ। ਧੀਆਂ ਭੈਣਾਂ ਦੀ ਇੱਜ਼ਤਾਂ ਰੋਲਣੀਆਂ ਜਵਾਨ ਜਾਂਦੇ ਨੇ, ਗੁੰਡਾਗਰਦੀ ਕਰਨੀ ਹੈ ਜਵਾਨ ਜਾਂਦੇ ਨੇ, ਲੁੱਟਾਂ ਖੋਹਾਂ ਕਰਨੀਆਂ ਜਵਾਨ ਜਾਂਦੇ ਨੇ। ਉਹ ਜਵਾਨੀ ਭਟਕ ਗਈ। ਜਿਹੜੀ ਜਵਾਨੀ ਸਵਰ ਗਈ ਉਹ ਫਿਰ ਚਮਕੌਰ ਦੇ ਜੰਗ ਦੇ ਵਿੱਚ ਸ਼ਹੀਦ ਹੁੰਦੀ ਹੈ। ਉਹ ਫਿਰ ਸਿਰ ਲਾਉਂਦੀ ਵੀ ਹੈ, ਲੋੜ ਪਏ ਸਿਰ ਲਾਉਂਦੀ ਵੀ ਹੈ। ਉਹ ਭਾਈ ਤਾਰੂ ਸਿੰਘ ਵਾਂਗੂ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਂਦੀ ਹੈ, ਖੋਪਰ ਲਾਹ ਲੈਂਦੀ ਹੈ, ਪਰ ਗੁਰੂ ਤੋਂ ਬੇਮੁਖ ਨਹੀਂ ਹੁੰਦੀ। ਉਹ ਸਵਰੀ ਹੋਈ ਜਵਾਨੀ ਹੈ। ਉਹ ਜਵਾਨੀ ਨਹੀਂ, ਪੂਰਾ ਜੀਵਨ ਸਵਰ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਸੁਚੇਤ ਕੀਤਾ, ਕਹਿੰਦੇ ਭਲਿਆ ਨਿਗਾਹ ਮਾਰ ਕੇ ਵੇਖ, ਜਿਨ੍ਹਾਂ ਨੇ ਜਵਾਨੀ ਹੰਢਾ ਲਈ ਘੱਟੋ ਘੱਟ ਉਹ ਵੇਖ ਲੈਣ। ਤਰ ਨਾਪੋ ਇਉਂ ਹੀ ਗਇਓ, ਐਵੇਂ ਹੀ ਚਲਾ ਗਿਆ। ਲਿਓ ਜਰਾ ਤਨ ਜੀਤ, ਹੁਣ ਬੁਢਾਪੇ ਨੇ ਤੇਰਾ ਸਰੀਰ ਜਿੱਤ ਲਿਆ, ਹੁਣ ਜਵਾਨੀ ਨਹੀਂ ਆ ਸਕਦੀ। ਬੁਢਾਪਾ ਆ ਗਿਆ, ਹੁਣ ਪਰਤ ਕੇ ਜਵਾਨ ਨਹੀਂ ਹੋ ਸਕਦੇ। ਇੱਕ ਵਿਦਵਾਨ ਲਿਖਦਾ, ਕਹਿੰਦਾ ਐ ਮੇਰੇ ਮੌਲਾ ਤੇਰੀ ਦੁਨੀਆ ਫਾਨੀ ਦੇਖੀ, ਜਹਾਂ ਕੀ हर चीज आनी जानी देखी, जो आके ना जाए वो बुढ़ापा देखा, जो जाके ना आए वो जवानी देखी। जवानी चली जाए आउंदी कोई नहीं, बुढ़ापा आ जाए तो जांदा कोई नहीं। बुढ़ापा किवें जांदा है? बुढ़ापे नूं फिर काल लैके जांदा, और कोई नहीं लैके जांदा, काल ही लैके जांदा है। ਮਸਕੀਨ ਸਾਹਿਬ ਦਾ ਬੜਾ ਪਿਆਰਾ ਬਚਨ ਮੇਰੇ ਚੇਤੇ ਆ ਜਾਂਦਾ ਹੈ। ਉਹ ਕਹਿੰਦੇ ਇਸ ਤੋਂ ਪਹਿਲਾਂ ਬੰਦਿਆ ਕਾਲ ਤੇਰੇ ਤੱਕ ਪਹੁੰਚ ਜਾਏ, ਤੂੰ ਅਕਾਲ ਵਿੱਚ ਲੀਨ ਹੋ ਜਾ, ਤੇਰਾ ਜੀਵਨ ਸਫਲ ਹੋ ਜਾਏ। ਤੂੰ ਅਕਾਲ ਨਾਲ ਜੁੜ ਜਾ, ਆਪਣੀ ਸੁਰਤ ਅਕਾਲ ਨਾਲ ਜੋੜ ਲੈ, ਗੋਬਿੰਦ ਨਾਲ ਜੋੜ ਲੈ, ਗੁਰੂ ਨਾਲ ਜੋੜ ਲੈ। ਵਰਨਾ ਕੀ ਹੋ ਰਿਹਾ? ਆ ਤਮਾਸ਼ਾ ਸਾਰੇ ਸੰਸਾਰ ਵਿੱਚ ਚੱਲਦਾ ਹੈ। ਤਰ ਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਅੱਗੇ ਕੀ ਕਹਿੰਦੇ? ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਹੇ ਮੇਰੇ ਮਨ, ਕਹਿੰਦੇ ਤੇਰੀ ਔਦ, ਤੇਰੀ ਉਮਰ ਬੀਤ ਰਹੀ ਹੈ, ਜਾ ਰਹੀ ਹੈ, ਸਮਾਂ ਲੰਘ ਰਿਹਾ ਹੈ। ਤੂੰ ਹਲੇ ਵੀ ਤੇਰੇ ਕੋਲ ਸਮਾਂ ਵੇਲਾ ਹੈ, ਇਹਨੂੰ ਸੰਭਾਲ ਲੈ। ਹਰੀ ਨਾਲ ਆਪਣੀ ਸੁਰਤ ਜੋੜ ਲੈ, ਹਰ ਨਾਲ ਜੁੜ ਜਾ, ਆਪਣਾ ਆਪਾ ਉਹਦੇ ਨਾਲ ਜੋੜ ਲੈ। ਇੱਕ ਰਸਤੇ ਵਿੱਚ 4-5 ਨੌਜਵਾਨ ਲੰਘੇ, ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ, ਮਾਂ-ਬਾਪ ਨੇ ਲਾਡਾਂ ਪਿਆਰਾਂ ਨਾਲ ਪਾਲੇ। ਪੈਸੇ ਦੀ ਘਾਟ ਨਹੀਂ, ਕੰਮਕਾਰ ਹੈ ਕੋਈ ਨਹੀਂ, ਕਰਨਾ ਕੁਝ ਨਹੀਂ, ਕੇਵਲ ਘੁੰਮਣਾ ਫਿਰਨਾ, ਐਸ਼ਪ੍ਰਸਤੀ ਕਰਨੀ। ਰੋਜ਼ ਇੱਕ ਥਾਂ ਤੇ ਜਾਂਦੇ ਨੇ, ਚੰਗਾ ਚੋਖਾ ਪੈਸਾ ਉਜਾੜ ਕੇ ਵਾਪਸ ਆ ਜਾਂਦੇ ਸਨ। ਇੱਕ ਦਿਨ ਲੰਘੇ ਜਾ ਰਹੇ ਨੇ, ਇੱਕ ਬਜ਼ੁਰਗ ਨੂੰ ਪਤਾ ਸੀ ਵੀ ਇਹਨਾਂ ਨਾਲ ਇਹ ਕੁਝ ਹੁੰਦਾ, ਕੁਝ ਕਰਦੇ ਨੇ। ਉਹ ਰਸਤੇ ਵਿੱਚ ਕਹਿਣ ਲੱਗੇ, ਬਜ਼ੁਰਗੋ ਤੁਹਾਡਾ ਕੀ ਗੁਆਚ ਗਿਆ ਸੀ, ਕੋਈ ਮਦਦ ਕਰੀਏ? ਉਹ ਕਹਿੰਦਾ ਵੀ ਨਹੀਂ ਕਾਕਾ, ਤੁਸੀਂ ਆਪਣਾ ਕੰਮ ਕਰੋ, ਮੈਂ ਲੱਭ ਲਵਾਂਗਾ, ਤੇ ਜੋ ਮੇਰਾ ਗੁਆਚਿਆ ਉਹ ਤੁਸੀਂ ਲੱਭ ਨਹੀਂ ਸਕਦੇ। ਉਹਨੇ ਫੇਰ ਮਿੱਟੀ ਫੁੱਲਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਫੇਰ ਸੋਚਿਆ ਵੀ ਚਲੋ ਬਜ਼ੁਰਗ ਬੰਦਾ, ਹੈਲਪ ਕਰ ਦਿੰਦੇ ਆ। ਉਹ ਕਹਿੰਦੇ ਵੀ ਕੋਈ ਗੱਲ ਨਹੀਂ,
ਉਹਨਾਂ ਨੇ ਸੋਚਿਆ ਵੀ ਸ਼ਾਇਦ ਬਾਪੂ ਦੱਸਣਾ ਨਹੀਂ ਚਾਹੁੰਦਾ, ਹੋ ਸਕਦਾ ਕੋਈ ਮਹਿੰਗੀ ਚੀਜ਼ ਹੋਵੇ, ਕੋਈ ਸੋਨੇ ਦੀ ਛਾਪ ਛੁਪ ਗਿਰ ਗਈ ਹੋਵੇ, ਚਲੋ ਆਪਾਂ ਲੱਭ ਦਿੰਨੇ ਆ। ਉਹ ਵੀ ਮਿੱਟੀ ਫੋਲਣ ਲੱਗ ਪਏ। ਬਜ਼ੁਰਗ ਨੇ ਫੇਰ ਆਖਿਆ, ਕਹਿਣ ਲੱਗੇ ਬੇਟਾ ਜੋ ਮੇਰਾ ਗਵਾਚ ਗਿਆ ਤੁਹਾਨੂੰ ਨਹੀਂ ਲੱਭਣਾ, ਸਮਾਂ ਖਰਾਬ ਨਾ ਕਰੋ, ਤੁਸੀਂ ਆਪਣੇ ਰਾਹ ਪੈ ਜਾਓ। ਉਹ ਕਹਿੰਦੇ ਬਾਪੂ ਇੱਕ ਗੱਲ ਹੈ ਵੀ ਪਹਿਲਾਂ ਤੂੰ ਸਾਨੂੰ ਦੱਸ ਹੀ ਦੇ ਤੇਰਾ ਗਵਾਚਾ ਕਿ ਐਸਾ ਕੀ ਹੈ ਵੀ ਛੋਟੀ ਥੋੜੀ ਜਿਹੀ ਮਿੱਟੀ ਦੀ ਢੇਰੀ ਜਿਹੜਾ ਸਾਨੂੰ ਨਹੀਂ ਲੱਭ ਸਕਦਾ, ਆਪਾਂ ਛਾਲ ਨਹੀਂ ਲਾਏ ਹੋਣਾ, ਮਿੱਟੀ ਨੀਚੇ ਆ ਜਾਏਗੀ ਛਣ ਕੇ, ਜੋ ਤੇਰਾ ਗਵਾਚਾ ਲੱਭ ਜਾਏਗਾ। ਬਜ਼ੁਰਗ ਕਹਿੰਦਾ ਲੱਭ ਦਿਓਗੇ? ਕਹਿੰਦੇ ਹਾਂਜੀ ਲੱਭ ਦਿਆਂਗੇ। ਬਜ਼ੁਰਗ ਕਹਿੰਦਾ ਬੇਟਾ ਮੇਰੀ ਜਵਾਨੀ ਗਵਾਚ ਗਈ ਹੈ। ਆਖੋ ਸਤਨਾਮ। ਮੇਰੀ ਜਵਾਨੀ ਗਵਾਚ ਗਈ ਹੈ, ਮੇਰੀ ਜਵਾਨੀ ਰੁਲ ਗਈ ਹੈ, ਮੈਂ ਉਹ ਲੱਭ ਰਿਹਾ, ਇਸ ਮਿੱਟੀ ਵਿੱਚ ਰੁਲ ਗਈ, ਇਸ ਧਰਤੀ ਵਿੱਚ ਰੁਲ ਗਈ, ਇਸ ਅਸਥਾਨ ਤੇ ਰੁਲ ਗਈ। ਜੇ ਲੱਭ ਸਕਦੇ ਮੈਨੂੰ ਮੇਰੀ ਜਵਾਨੀ ਲੱਭ ਕੇ ਦੇ ਦਿਓ। ਬੈਠ ਗਏ ਹੱਥ ਫੜ ਕੇ, ਕਹਿੰਦੇ ਹੱਦ ਹੋ ਗਈ, ਇਹ ਵੀ ਗਵਾਚਦੀ ਹੈ? ਕਹਿੰਦੇ ਹਾਂ ਬੇਟਾ ਮੈਂ ਵੀ ਕਦੀ ਤੁਹਾਡੇ ਵਰਗਾ ਸਾਂ, ਤੁਹਾਡੇ ਜੈਸੀ ਜਵਾਨੀ, ਤੁਹਾਡੇ ਜੈਸੀ ਸੁੰਦਰਤਾ ਮੇਰੇ ਤੇ ਵੀ ਸੀ। ਜਵਾਨੀ ਸੁੰਦਰ ਬੜੀ ਹੁੰਦੀ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ, ਤੇ ਸੁੰਦਰਤਾ ਦਾ ਗੁਮਾਨ ਹੋ ਜਾਂਦਾ ਹੈ, ਕਿਉਂਕਿ ਜਦੋਂ ਜਵਾਨੀ ਆਉਂਦੀ ਹੈ ਇਕੱਲੀ ਨਹੀਂ ਆਉਂਦੀ, ਇਹ 3-4 ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ। ਗੁਮਾਨ ਲਿਆਉਂਦੀ ਹੈ, ਹੰਕਾਰ ਲਿਆਉਂਦੀ ਹੈ, ਈਰਖਾ ਵੀ ਲਿਆਉਂਦੀ ਹੈ, ਨਫ਼ਰਤ ਲੈ ਕੇ ਆਉਂਦੀ ਹੈ। ਹਰ ਬੰਦਾ ਚਾਹੁੰਦਾ ਵੀ ਮੈਂ ਹੀ ਹਾਂ, ਮੇਰੇ ਬਰਾਬਰ ਦੂਜਾ ਕੌਣ ਹੈ, ਮੇਰੇ ਜਿੰਨਾ ਜੋਸ਼, ਮੇਰੇ ਜਿੰਨੀ ਤਾਕਤ, ਮੇਰੇ ਜਿੰਨਾ ਸੁਹੱਪਣ, ਮੇਰੇ ਜਿੰਨਾ ਕੱਦ ਕੱਟ ਦੂਜੇ ਦਾ ਕੀ ਹੈ। ਜੇ ਕਿਸੇ ਦਾ ਆ ਜਾਏ ਤਾਂ ਜੈਲਸੀ ਵੀ ਹੋਣ ਲੱਗ ਜਾਂਦੀ ਹੈ, ਈਰਖਾ ਕਿੰਨਾ ਸਾੜਾ, ਦੂਜੇ ਨੂੰ ਕੌਣ ਬਰਦਾਸ਼ਤ ਕਰੇ। ਗੱਲ ਸਮਝ ਵਿੱਚ ਪੈ ਗਈ। ਕਹਿੰਦੇ ਬਾਪੂ ਫੇਰ ਹੁਣ? ਕਹਿੰਦੇ ਬਸ ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦਾ ਵੀ ਇਹਨੂੰ ਸੰਭਾਲ ਲਓ, ਬਹੁਤ ਛੇਤੀ ਇਹ ਰੁਲ ਜਾਣੀਆਂ ਤੇ ਪਰਤ ਕੇ ਤੁਸੀਂ ਇੱਥੇ ਬੈਠੇ ਹੋਣਾ ਜਿੱਥੇ ਅੱਜ ਮੈਂ ਬੈਠਾ। ਸੰਭਾਲ ਲਓ, ਇਹਨੂੰ ਵਿਅਰਥ ਨਾ ਗਵਾਓ। ਕਈ ਵਾਰੀ ਕੋਈ ਪੁਰਬਲਾ ਕਰਮ ਫਲੀਭੂਤ ਹੋ ਜਾਏ ਨਾ, ਕੋਈ ਚੰਗਾ ਕਰਮ ਫਲੀਭੂਤ ਹੋ ਜਾਏ, ਚੰਗੇ ਸੰਸਕਾਰ ਫਲੀਭੂਤ ਹੋ ਜਾਣ, ਇੱਕ ਬਚਨ ਵੀ ਕਿਸੇ ਦਾ ਕਿਹਾ ਹੋਇਆ ਹਿਰਦੇ ਨੂੰ ਚੋਟ ਕਰ ਜਾਂਦਾ, ਬੰਦੇ ਦਾ ਜੀਵਨ ਬਦਲ ਜਾਂਦਾ ਹੈ। ਬਦਲ ਜਾਂਦਾ ਜੀਵਨ, ਇੱਕੋ ਬਚਨ ਨਾਲ ਬਦਲਦਾ, ਜਦੋਂ ਵੀ ਬਦਲਦਾ ਹੈ। ਗੁਰਬਾਣੀ ਬਹੁਤ ਹੈ, ਬਹੁਤ ਜ਼ਿਆਦਾ ਹੈ। ਤੁਸੀਂ ਨੋਟ ਕੀਤਾ ਹੋਣਾ ਕਈ ਤੁਹਾਡੇ ਚ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਸਹਿਜ ਪਾਠ ਸਾਹਿਬ, ਅਖੰਡ ਪਾਠ ਸਾਹਿਬ ਬਾਣੀ ਸੁਣਦੇ ਨੇ, ਕਈ ਵਾਰੀ ਇੱਕ ਸ਼ਬਦ ਤੇ ਸੁਰਤ ਐਸੀ ਟਿਕਦੀ ਹੈ, ਤੁਸੀਂ ਉੱਥੇ ਹੀ ਰਹਿ ਜਾਂਦੇ ਹੋ। ਪਾਠ ਪਤਾ ਨਹੀਂ ਪਾਠੀ ਪਾਠ ਕਰਨ ਵਾਲਾ ਕਿੱਥੇ ਲੰਘ ਜਾਏ, ਪੰਨੇ ਕਿੰਨੇ ਪਲ, ਸੁਰਤ ਉੱਥੇ ਟਿਕ ਜਾਂਦੀ ਹੈ, ਚੋਟ ਕਰ ਜਾਂਦਾ ਹਿਰਦੇ ਨੂੰ, ਅੱਗੇ ਨਹੀਂ ਤੁਰਦਾ ਮਨ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਕਿਨਕਾ ਏਕ ਜਿਸ ਜੀ ਬਸਾਵੇ, ਏਕ ਸ਼ਬਦ ਮੇਰੇ ਪ੍ਰਾਣ ਬਸਤਾ ਹੈ, ਬੋੜ ਜਨਮ ਨਾ ਆਵਾਂ। ਇੱਕੋ ਚਿਨਕਾ ਬਹੁਤ ਹੁੰਦਾ ਹੈ। ਤਾਂ ਗੱਲ ਸਮਝ ਆ ਗਈ। ਕਹਿੰਦੇ ਕੀ ਕਰੀਏ? ਕਹਿੰਦੇ ਬਸ ਮੈਂ ਇਹ ਬੇਨਤੀ ਕਰਨੀ, ਇਹਨੂੰ ਰੋਲੋ ਨਾ, ਇਹਨੂੰ ਸੰਭਾਲ ਲਓ, ਚੰਗੇ ਪਾਸੇ ਲਾ ਲਓ। ਜਿੱਥੇ ਤੁਸੀਂ ਜਾਂਦੇ ਹੋ ਨਿਕਲਣਾ ਕੁਝ ਨਹੀਂ, ਕੁਝ ਨਹੀਂ ਨਿਕਲੇਗਾ, ਬਰਬਾਦੀ ਤੋਂ ਸਿਵਾ ਕੁਝ ਨਹੀਂ ਹੈ। ਗੱਲ ਸਮਝ ਪੈ ਗਈ। ਖੈਰ ਉਹ ਚੰਗੇ ਪਾਸੇ ਤੁਰ ਪਏ। ਬੇਨਤੀ ਹੈ ਆਪਣੇ ਅੱਜ ਦੇ ਬਜ਼ੁਰਗ ਮਾਪਿਆਂ ਨੂੰ, ਬੱਚਿਆਂ ਨੂੰ ਪ੍ਰੇਰਣਾ ਦਿਓ, ਜਵਾਨੀ ਸੰਭਾਲਣ, ਰੋਲਣ ਨਾ। ਰੁਲੀ ਹੋਈ ਜਵਾਨੀ ਆਪ ਵੀ ਦੁਖਦਾਈ ਹੁੰਦੀ ਹੈ, ਮਾਂ-ਬਾਪ ਵਾਸਤੇ, ਬੱਚਿਆਂ ਵਾਸਤੇ ਵੀ ਦੁਖਦਾਈ ਬਣ ਜਾਂਦੀ ਹੈ। ਪਿਛਲੇ ਸਮੇਂ 'ਚ ਅਸੀਂ ਜਵਾਨੀ ਦਾ ਦੁੱਖ ਬਹੁਤ ਵੱਡੇ ਰੂਪ 'ਚ ਭੋਗਿਆ। ਨਸ਼ਿਆਂ ਵਿੱਚ ਜਵਾਨੀ ਗਲਤਾਨ ਹੋ ਗਈ, ਰਹਿੰਦੀ ਖੁੰਦੀ ਜਵਾਨੀ ਸਾਡੀ ਵਿਦੇਸ਼ਾਂ 'ਚ ਚਲੀ ਗਈ। ਬਹੁਤ ਥੋੜੀ ਹੈ ਜਿਹੜੀ ਸਾਡੇ ਕੋਲ ਬਚੀ ਹੈ, ਇਹਨੂੰ ਚੰਗੇ ਪਾਸੇ ਲਾ ਲਈਏ, ਪ੍ਰੇਰਣਾ ਦੇ ਦਈਏ। ਥੋੜੀ ਵੀ ਰਹਿ ਜਾਏਗੀ, ਬਹੁਤੀ ਇਹਨਾਂ 'ਚੋਂ ਹੀ ਨਿਕਲ ਆਏਗੀ। ਜਵਾਨੀ ਸੰਭਾਲਣੀ ਬਹੁਤ ਜ਼ਰੂਰੀ ਹੈ। ਗੁਰੂ ਮਿਹਰ ਕਰੇ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹਿੰਦੇ ਬੁਢੇਪੇ ਨੇ ਜਦੋਂ ਸਰੀਰ ਤੇਰਾ ਜਿੱਤ ਲਿਆ, ਤੇਰੇ ਪੱਲੇ ਕੁਝ ਵੀ ਨਹੀਂ ਰਹਿ ਜਾਣਾ। ਇਸ ਲਈ ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਸਮਾਂ ਬੜੀ ਤੇਜ਼ੀ ਨਾਲ ਲੰਘਿਆ ਜਾ ਰਿਹਾ ਹੈ, ਇਹ ਰੋਕਿਆ ਨਹੀਂ ਰੁਕਦਾ, ਕਦੇ ਵੀ ਨਹੀਂ ਰੁਕਦਾ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ। ਬੁੱਢਾ ਹੋ ਗਿਆ, ਬਿਰਧ ਪਇਓ, ਕਾਲਿਆਂ ਤੋਂ ਕੇਸ ਚਿੱਟੇ ਹੋ ਗਏ। ਜਿਹੜਾ ਦੌੜਦਾ ਭੱਜਦਾ ਥੱਕਦਾ ਨਹੀਂ ਸੀ, ਸਾਰਾ ਦਿਨ ਭੱਜਿਆ ਫਿਰਦਾ ਸੀ, ਹੁਣ ਅੱਧਾ ਕਿਲੋਮੀਟਰ ਤੁਰ ਕੇ ਹਾਂਫਣ ਲੱਗ ਜਾਂਦਾ, ਬਹਿ ਜਾਂਦਾ, ਪਾਣੀ ਮੰਗਦਾ। ਕਿਉਂ? ਕਹਿੰਦੇ ਸਰੀਰ ਦਾ ਬਲ ਘਟਣਾ ਸ਼ੁਰੂ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਮਾਲ ਹੈ ਵੀ ਉਹਨਾਂ ਨੇ ਸਾਰੀ ਜ਼ਿੰਦਗੀ ਦਾ ਤੱਤ ਸਾਰ ਨਿਚੋੜ ਕੇ ਸਾਹਮਣੇ ਰੱਖ ਦਿੱਤਾ। ਜੀਵਨ ਦੀ ਹਰ ਅਵਸਥਾ ਨੂੰ ਬੜੇ ਖੁੱਲੇ ਰੂਪ 'ਚ ਸਾਡੇ ਸਾਹਮਣੇ ਰੱਖਿਆ, ਕਿਉਂਕਿ ਮਨੁੱਖ ਆਪਣੀ ਜ਼ਿੰਦਗੀ 'ਚ ਇੱਥੇ ਆ ਕੇ ਗਲਤੀਆਂ ਕਰਦਾ। ਇਹੀ ਸਮਾਂ ਸੰਭਲਣ ਦਾ ਹੁੰਦਾ ਹੈ, ਸੰਭਾਲੋ ਨੇ ਇਹੀ ਸਮਾਂ ਗਰਕਣ ਦਾ ਵੀ ਇਹੀ ਹੁੰਦਾ ਹੈ। ਕਹਿੰਦੇ ਬੁੱਢਾ ਹੋ ਗਿਆ, ਬਿਰਧ ਭਇਓ ਸੂਝੈ ਨਹੀਂ, ਹੁਣ ਕੁਝ ਵੀ ਸੁੱਝ ਨਹੀਂ ਰਿਹਾ, ਸਮਝ ਵੀ ਨਹੀਂ ਆ ਰਹੀ। ਕਾਲ ਪਹੁੰਚਿਆਨ, ਅੱਗੇ ਨੂੰ ਵੇਖਦਾ ਤੇ ਮੌਤ ਦਿਸਦੀ ਹੈ।
ਬੁਢਾਪੇ ਤੋਂ ਬਾਅਦ ਤੇ ਕਾਲ ਹੈ, ਕੁਝ ਵੀ ਨਹੀਂ ਅੱਗੇ। ਹੁਣ ਮੌਤ ਦਿਸ ਰਹੀ ਹੈ, ਹੁਣ ਸਮਾਂ ਨਹੀਂ ਹੈ। ਹੁਣ ਮਨ ਚਾਹੁੰਦਾ ਹੈ, ਸਰੀਰ ਚਾਹੁੰਦਾ ਹੈ ਮੈਂ ਕੋਈ ਧਰਮ ਦੇ ਨਾਂ ਦੀ ਗੱਲ ਸੁਣਾ, ਕੋਈ ਰੱਬ ਦਾ ਨਾਮ ਜਪਾਂ, ਕੋਈ ਗੁਰੂ ਘਰ ਜਾਵਾਂ, ਕੋਈ ਸੇਵਾ ਸਿਮਰਨ। ਹੁਣ ਸਰੀਰ ਇਜਾਜ਼ਤ ਨਹੀਂ ਦਿੰਦਾ। ਹੁਣ ਸਮਾਂ ਬੀਤਦਾ ਜਾ ਰਿਹਾ। ਕਹਿੰਦੇ ਬੜੀ ਤਰਸਯੋਗ ਹਾਲਤ ਹੈ ਵੀ। ਬੁਢਾਪਾ ਵੈਸੇ ਬੜੀ ਚੰਗੀ ਅਵਸਥਾ ਵੀ, ਕਿਉਂਕਿ ਬੁਢਾਪੇ ਦੀ ਇੱਕ ਖੂਬੀ ਹੈ ਵੀ ਇਹਦੇ ਵਿੱਚ ਤਜਰਬਾ ਬਹੁਤ ਵੱਡਾ ਹੁੰਦਾ ਹੈ, ਤਜਰਬਾ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿਸੇ ਸਿਆਣੇ ਨੂੰ ਪੁੱਛੋ, ਸਿਆਣੇ ਦੀ ਗੱਲ ਮੰਨੋ, ਸਿਆਣੇ ਦਾ ਕਿਹਾ ਔਲੇ ਦਾ ਖਾਧਾ, ਕਹਾਵਤਾਂ ਬਣੀਆਂ। ਪਰ ਸਿਆਣਾ ਪ੍ਰੈਕਟੀਕਲ ਕਰ ਸਕੇ ਨਾ ਸਮਾਂ ਨਹੀਂ ਹੈ। ਸਮਾਂ ਜਵਾਨ ਕੋਲ ਹੈ, ਜਵਾਨ ਸਮਝਦਾ ਕੋਈ ਨਹੀਂ। ਉਹ ਕਹਿੰਦਾ ਬਾਪੂ ਤੂੰ ਬੈਠਾ ਰਹਿ, ਤੈਨੂੰ ਕੀ ਪਤਾ, ਤੁਹਾਡਾ ਸਮਾਂ ਹੋਰ ਸਾਡਾ ਹੋਰ ਹੈ। ਅਸੀਂ ਮਾਡਰਨ ਹੋ ਗਏ ਹਾਂ, ਦੁਨੀਆ ਚੰਦ ਤੇ ਚੜ ਗਈ ਹੈ। ਉਹ ਤਾਂ ਨਹੀਂ ਸੁਣਦਾ, ਉਹਨੂੰ ਅੱਗੇ ਕੁਝ ਨਹੀਂ ਦਿਸ ਰਿਹਾ, ਉਹਨੂੰ ਜਵਾਨੀ ਤੋਂ ਗਾਂ ਕੁਝ ਨਹੀਂ ਦਿਸਦਾ। ਜਦੋਂ ਉਹ ਉੱਥੇ ਪਹੁੰਚਦਾ ਉਦੋਂ ਮੱਥੇ ਤੇ ਹੱਥ ਮਾਰਦਾ, ਉਹ ਮਾਈ ਗੋਡ ਇਹ ਕੀ ਕਰ ਲਿਆ, ਇਹ ਗੱਲਾਂ ਤੇ ਮੈਨੂੰ ਬਾਪੂ ਕਹਿੰਦਾ ਸੀ। ਹੁਣ ਆਪਣੇ ਪੁੱਤਰਾਂ ਨੂੰ ਕਹਿੰਦਾ, ਹੁਣ ਉਹੀ ਜਵਾਬ ਜੋ ਆਪਣੇ ਬਾਪੂ ਨੂੰ ਦਿੰਦਾ ਸੀ, ਹੁਣ ਉਹਦੇ ਪੁੱਤਰ ਉਹਨੂੰ ਉਹੀ ਜਵਾਬ ਦੇ ਰਿਹਾ, ਤੂੰ ਬਹਿ ਜਾ ਤੈਨੂੰ ਕੀ ਪਤਾ। ਉਦੋਂ ਪਤਾ ਲੱਗਦਾ ਵੀ ਇਹ ਮੈਂ ਕੀ ਗਲਤੀ ਕਰ ਬੈਠਿਆ। ਕਹਿੰਦੇ ਇਹ ਗਲਤੀ ਨਾ ਹੋ ਸਕੇ, ਸਮਝ ਲੈ। ਮੈਂ ਬੇਨਤੀ ਕਰਦਿਆਂ, ਜ਼ਰੂਰੀ ਨਹੀਂ ਹਰ ਬੁਢਾਪਾ ਬੇਅਰਥ ਹੀ ਜਾਏਗਾ। ਪੋਜ਼ਿਟਿਵਿਟੀ, ਆਪਾਂ ਪੋਜ਼ਿਟਿਵ ਰਹਿਣਾ, ਪੋਜ਼ਿਟਿਵਿਟੀ ਲੈ ਕੇ ਆਣੀ ਆ। ਮੈਂ ਤੁਹਾਨੂੰ ਨੈਗੇਟਿਵ ਨਹੀਂ ਕਰ ਰਿਹਾ। ਇਹ ਵੀ ਨਹੀਂ ਵੀ ਹੁਣ ਡੋਲ ਹੀ ਜਾਵੇ, ਹੁਣ ਤਾਂ ਬੁੱਢੇ ਹੋ ਗਏ ਜੀ ਫਿਰ ਤੇ ਅਸੀਂ ਗਏ, ਨਹੀਂ। ਗੁਰੂ ਅਮਰਦਾਸ ਜੀ 95 ਸਾਲ ਸਰੀਰਕ ਤੌਰ ਤੇ ਸਾਡੇ ਵਿੱਚ ਰਹੇ। 74 ਸਾਲ ਦੀ ਉਮਰ ਹੈ, 72 ਜਾਂ 73 74 ਦੇ ਨੇੜੇ ਤੇੜੇ, ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ। ਸੰਸਾਰ ਦੀ ਕਹਾਵਤ ਹੈ ਵੀ 70 72 ਹੋ ਗਿਆ, ਇਹਨੂੰ ਹੁਣ ਸਮਝ ਕੁਝ ਨਹੀਂ, ਇਹਨੂੰ ਘਰ ਬਿਠਾ ਦਿਓ। ਉਹਨਾਂ ਨੇ 74 ਸਾਲ ਤੇ ਆ ਕੇ ਗੁਰਤਾ ਗੱਦੀ ਸੰਭਾਲੀ ਹੈ। ਹੁਣ ਕੀ ਕਹੋਗੇ? ਕਿਉਂਕਿ ਜਦੋਂ ਤੁਹਾਡੇ ਹਿਰਦੇ ਵਿੱਚ ਸੱਚ ਆਉਂਦਾ ਹੈ, ਗੁਰੂ ਆਉਂਦਾ ਹੈ, ਗੁਰੂ ਦੀ ਕਿਰਪਾ ਆਉਂਦੀ ਹੈ, ਉੱਥੇ ਮਹਾਰਾਜ ਜੀ ਕਹਿੰਦੇ ਨੇ, ਕੀ ਕਹਿੰਦੇ? ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਉਹ ਬੁੱਢਾ ਹੁੰਦਾ ਹੀ ਨਹੀਂ। ਉੱਥੇ ਬੁਢਾਪੇ ਦਾ ਪ੍ਰਭਾਵ ਉਹਨੂੰ ਪਰੇਸ਼ਾਨ ਕਰ ਹੀ ਨਹੀਂ ਸਕਦਾ। ਉਹ ਬੁਢਾਪੇ ਨੂੰ ਵੀ ਜਿੱਤ ਲੈਂਦਾ ਹੈ। ਤਾਂ ਹੀ ਬਾਬਾ ਦੀਪ ਸਿੰਘ ਬਾਰੇ ਕੀ ਖਿਆਲ ਨੇ? 75 ਸਾਲ ਦੀ ਉਮਰ 'ਚ 18 ਸ਼ੇਰ ਦਾ ਖੰਡਾ, ਹੁਣ ਕਹਿ ਦੂਗਾ ਕੋਈ ਬੁੱਢੇ ਸਨ। ਭਾਈ ਮਨੀ ਸਿੰਘ ਜੀ 90 ਸਾਲ ਦੀ ਉਮਰ 'ਚ ਬੰਦ ਕਟਾਉਣ ਵਾਲੇ ਬਜ਼ੁਰਗ ਬਾਪੂ ਨੇ। 90 ਸਾਲ ਦੀ ਉਮਰ, ਅਸੀਂ ਘਰੋਂ ਨਹੀਂ ਨਿਕਲਣ ਦਿੰਦੇ ਬਾਪੂ ਨੂੰ, ਉਹ ਬੰਦ ਕਟਾ ਗਏ, ਕਿਉਂਕਿ ਉਹਨਾਂ ਨੇ ਜਵਾਨੀ ਸਫਲ ਕੀਤੀ, ਬੁਢਾਪਾ ਹੋ ਗਿਆ। ਬਚਪਨੇ ਤੋਂ ਜੁੜੇ, ਜਵਾਨੀ 'ਚ ਰੰਗ ਲਿਆ, ਬੁਢਾਪੇ ਨੇ ਫਲ ਦਿੱਤਾ, ਬੁਢਾਪਾ ਫਲ ਦੇ ਰਿਹਾ। ਬੁਢਾਪਾ ਫਲ ਉਦੋਂ ਦੇਗਾ ਜੇ ਬਚਪਨ ਤੇ ਜਵਾਨੀ ਵਿੱਚ ਉਸ ਦਰਖਤ ਨੂੰ ਸਿੰਜਿਆ ਹੋਏਗਾ, ਉਹਦੀ ਸੰਭਾਲ ਕੀਤੀ ਹੋਏਗੀ, ਵਰਨਾ ਬੁਢਾਪਾ ਫਲ ਨਹੀਂ ਦਿੰਦਾ। ਐਸਾ ਵੀ ਬੁਢਾਪਾ ਹੈ ਜਿਹਦੀ ਨਾ ਜਵਾਨੀ ਸਬਰੀ ਨਾ ਬਚਪਨ ਸਬਰਿਆ, ਉਹ ਟਾਂਸ਼ਾਂ ਖੇਲਦੇ ਨੇ ਬੈਠੇ। ਇਸ ਟਾਈਮ ਵੀ ਬਹੁਤ ਬੈਠੇ ਹੋਣਗੇ, ਠੇਕਿਆਂ ਤੇ ਵੀ ਬੈਠੇ ਹੋਣਗੇ, ਸਾਨੂੰ ਵੀ ਬਜ਼ੁਰਗ। ਹੁਣ ਕੀ ਕਹੋਗੇ? ਕਿਹੜੀ ਬਜ਼ੁਰਗੀ ਚਾਹੀਦੀ ਹੈ? ਇੱਕ ਹੋਰ ਬੇਨਤੀ ਕਰਦੇ ਹਾਂ, ਬਜ਼ੁਰਗੀ ਇੱਕ ਸਰੀਰ ਦੀ ਹੁੰਦੀ ਹੈ, ਇੱਕ ਸ਼ਕਲ ਦੀ ਬਜ਼ੁਰਗੀ ਹੈ, ਇੱਕ ਅਕਲ ਦੀ ਬਜ਼ੁਰਗੀ ਹੈ। ਅਕਲ ਦੀ ਬਜ਼ੁਰਗੀ ਹਰੇਕ ਨੂੰ ਚਾਹੀਦੀ ਹੈ। ਬਜ਼ੁਰਗੀ ਬਾ ਅਕਲ ਨਾ ਕੇ ਬਾ ਸਾਲ, ਤਵੰਗਰੀ ਬਾ ਦਿਲ ਨਾ ਕੇ ਬਾ ਮਾਲ। ਫਾਰਸੀ ਦੇ ਬੋਲੇ, ਕਹਿੰਦੇ ਬਜ਼ੁਰਗੀ ਅਕਲ ਦੀ ਬਹੁਤ ਜ਼ਰੂਰੀ ਹੈ। ਕਈ ਵਾਰੀ ਬੁੱਢਾ ਬੰਦਾ ਐਸੀ ਹਰਕਤ ਕਰ ਦਿੰਦਾ, ਐਸੇ ਭੈੜੇ ਬੋਲ ਬੋਲਦਾ, ਐਸੀਆਂ ਕੌੜੀਆਂ ਕਸੈੜੀਆਂ ਮਾੜੀਆਂ ਗਾਲਾਂ ਕੱਢਦਾ ਵੀ ਚੰਗਾ ਭੰਦਾ ਬੰਦਾ ਸੋਚਦਾ ਹੱਦ ਹੋ ਗਈ, ਬੁੱਢਾ ਹੈ। ਮਹਾਰਾਜ ਕਹਿੰਦੇ ਬੁਢਾਪਾ ਵੀ ਸੰਭਾਲਣਾ ਪਏਗਾ। ਭਾਵ ਕੀ ਹੈ? ਸਾਨੂੰ ਤਿੰਨਾਂ ਅਵਸਥਾਵਾਂ ਦੇ ਵਿੱਚ ਸਾਨੂੰ ਗੁਰੂ ਦੀ ਅਗਵਾਈ ਚਾਹੀਦੀ ਹੈ, ਗੁਰੂ ਦੀ ਸਿੱਖਿਆ ਜ਼ਰੂਰੀ ਹੈ, ਗੁਰੂ ਦਾ ਉਪਦੇਸ਼ ਜ਼ਰੂਰੀ ਹੈ। ਤਾਂ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਬਿਰਧ ਭਇਓ ਸੂਝੈ ਨਹੀਂ। ਜਦੋਂ ਬੁਢਾਪਾ ਆ ਗਿਆ, ਤੈਨੂੰ ਫਿਰ ਸਮਝ ਕੋਈ ਨਹੀਂ ਰਹਿਣੀ, ਤੇਰੇ ਪੱਲੇ ਕੁਝ ਨਹੀਂ ਰਹਿਣਾ, ਸਮਾਂ ਤੇਰੇ ਕੋਲ ਨਹੀਂ ਰਹਿਣਾ। ਹੇ ਬੰਦੇ, ਕਾਲ ਪਹੁੰਚਿਓ ਆਨ, ਹੁਣ ਆਖਰੀ ਸਮਾਂ ਨੇੜੇ ਆ ਰਿਹਾ ਹੈ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ। ਹੇ ਬੌਰੇ ਬੰਦੇ, ਉਹ ਕਮਲੇ ਬੰਦੇ, ਕਿਉਂ ਨਾ ਭਜੈ ਭਗਵਾਨ, ਤੂੰ ਹਲੇ ਵੀ ਗੁਰੂ ਨਾਲ ਕਿਉਂ ਨਹੀਂ ਜੁੜਦਾ? 5ਵਾਂ ਸ਼ਲੋਕ ਹੈ ਜੀ, ਇਹ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਘਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਧਨ ਦੌਲਤ, ਰੁਪਈਆ, ਪੈਸਾ, ਮਾਇਆ। ਦਾਰਾ ਔਰਤ, ਇਸਤਰੀ, ਪਤਨੀ। ਸੰਪत्ति ਸਾਡੀ ਜ਼ਮੀਨ ਜਾਇਦਾਦ। ਸਗਲ ਸਾਰਾ ਕੁਝ। ਜਿਨ ਆਪਣੀ ਕਰਮਾਨ, ਜਿਹਨੂੰ ਤੂੰ ਆਪਣੀ ਕਰਕੇ ਮੰਨਿਆ ਹੋਇਆ ਹੈ। ਹੁਣ ਸਾਰਿਆਂ ਨੇ ਮੰਨਿਆ ਹੋਇਆ ਹੈ। ਘਰਾਂ ਦੇ ਬਾਹਰ ਨੇਮ ਪਲੇਟ ਤੇ ਨਾਮ ਕਿਹਦਾ ਲਿਖਿਆ ਹੋਇਆ ਹੈ? ਰੱਬ ਦਾ, ਗੁਰੂ ਦਾ ਜਾਂ ਸਾਡਾ? ਜੇ ਸਾਡਾ ਲਿਖਿਆ ਤੇ ਮੇਰਾ ਮੰਨ ਲਿਆ ਨਾ, ਮੇਰਾ। ਰਜਿਸਟਰੀ ਕਿਹਦੇ ਨਾਂ ਤੇ ਹੈ? ਮੇਰੇ ਨਾਂ ਤੇ। ਤੇ ਜਦੋਂ ਜਾਣਾ ਤੇ ਫਿਰ ਉਦੋਂ ਕਿਹਦਾ ਹੁੰਦਾ ਹੈ?
ਇਹਦਾ ਹੁੰਦਾ ਹੈ, ਫਿਰ ਉਦੋਂ ਨਾ ਮੇਰਾ ਨਾ ਤੇਰਾ, ਕਈ ਵਾਰ ਤੀਜੀ ਧਿਰ ਸਾਂਭ ਲੈਂਦੀ ਹੈ। ਭਾਵ ਕੀ ਹੈ, ਮੈਂ ਇਹ ਨਹੀਂ ਕਹਿ ਰਿਹਾ ਵੀ ਲਿਖਾਉਣਾ ਨਹੀਂ ਹੈ। ਇੱਥੇ ਜਿਹੜਾ ਗੁਰੂ ਸਾਹਿਬ ਸਾਨੂੰ ਸਮਝਾਓ, ਕਹਿੰਦੇ ਜਿਹਨੂੰ ਤੂੰ ਆਪਣੇ ਮੰਨ ਕੇ ਬੈਠ ਗਿਆ, ਪਕੜ ਬਣਾ ਲਈ ਵੀ ਮੈਂ ਨਹੀਂ ਛੱਡਣਾ ਜੀ, ਇਹ ਤੇ ਮੇਰਾ, ਇਹ ਤੇ ਮੇਰਾ। ਕੋਈ ਹੱਥ ਲਾ ਕੇ ਦਿਖਾਵੇ, ਕੋਈ ਅੱਖ ਨਾਲ ਝਾਕ ਕੇ ਦਿਖਾਵੇ, ਮਾਰਦਾ ਵੱਢਦਾ, ਮਹਾਰਾਜ ਕਹਿੰਦੇ ਆ ਬਸ ਆ ਮੇਰਾ ਮੇਰਾ ਹੀ ਪੱਲੇ ਰਹਿ ਜਾਣਾ, ਰਹਿ ਤੇਰਾ ਇੱਥੇ ਕੁਝ ਵੀ ਨਹੀਂ ਹੈ। ਜਿਹਨੂੰ ਤੂੰ ਆਪਣਾ ਕਰਕੇ ਮੰਨਿਆ ਹੈ, ਦੇਖੋ ਸਾਡਾ ਕਿਸੇ ਦਾ ਕੁਝ ਨਹੀਂ, ਇਹ ਸਭ ਨੂੰ ਪਤਾ ਹੈ। ਪਰ ਜਿਹੜੀ ਮੇਰੀ ਦੀ ਸੋਚ ਹੈ ਨਾ ਮਹਾਰਾਜ, ਉਹ ਜਿਹੜੀ ਉਹਨੂੰ ਕਹਿੰਦੇ ਨੇ ਗਲਤਾਨ ਹੋ ਜਾਣਾ, ਉਹ ਸਾਨੂੰ ਮਹਾਰਾਜ ਕਹਿੰਦੇ ਗਲਤਾਨ ਨਹੀਂ ਹੋਣਾ, ਗਲਤਾਨ ਨਹੀਂ ਹੋਣਾ। ਜਿਹੜਾ ਮੈਂ ਆਰੰਭ ਵਿੱਚ ਆਪ ਜੀ ਨਾਲ ਸ਼ਲੋਕ ਸਾਂਝਾ ਕੀਤਾ, ਸਿੱਖਾ ਤੂੰ ਇੱਥੇ ਪਹੁੰਚ ਜਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਬਸ ਇੱਥੇ ਪਹੁੰਚ ਜਾ। ਜੋ ਕਿਛ ਹੈ ਸੋ ਤੇਰਾ, ਪਹਿਲਾਂ ਵੀ ਤੇਰਾ ਸੀ, ਜਦੋਂ ਮੈਂ ਸਰੀਰ ਵਿੱਚ ਨਹੀਂ ਸੀ, ਮੇਰਾ ਜਨਮ ਨਹੀਂ ਸੀ, ਉਦੋਂ ਵੀ ਉਹੀ ਪਲਾਟ, ਉਹੀ ਜਗ੍ਹਾ ਤੇਰੀ ਸੀ, ਨਾਮ ਕਿਸੇ ਦਾ ਬੋਲਦਾ ਹੋਵੇ। ਜਦੋਂ ਮੈਂ ਚਲਾ ਜਾਵਾਂਗਾ ਉਦੋਂ ਵੀ ਤੇਰਾ ਹੀ ਹੋਣਾ, ਭਾਵੇਂ ਜਿਹਦਾ ਨਾਮ ਬੋਲਦਾ ਰਹਿਣਾ ਉਹਦਾ ਵੀ ਨਹੀਂ। ਤੇ ਮੈਂ ਕਰਕੇ, ਮੇਰੀ ਕਰਕੇ ਕਿਉਂ ਝਗੜਾ ਬਖੇੜਾ ਖੜਾ ਕਰਾਂ, ਕਿਉਂ ਆਪਣਾ ਮਨ ਕਲੰਕਿਤ ਕਰਾਂ, ਕਿਉਂ ਆਪਣਾ ਸਮਾਂ ਵੇਸਟ ਕਰਾਂ। ਮਹਾਰਾਜ ਕਹਿੰਦੇ ਗਲਤਾਨ ਜਿਹਨੂੰ ਤੂੰ ਆਪਣਾ ਕਰਕੇ ਮੰਨੀ ਬੈਠਾ, ਜਿਹਨੇ ਮੰਨਿਆ, ਹੁਣ ਇਹ ਵੀ ਬੇਨਤੀ ਹੈ, ਜਿਹਨੇ ਮੰਨ ਲਿਆ ਮੈਂ ਮੇਰਾ, ਉਹਨੂੰ ਕੀ ਕਹਿੰਦੇ ਨੇ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ, ਇਹਨਾਂ ਚੋਂ ਤੇਰਾ ਸਾਥ ਕਿਸੇ ਨੇ ਵੀ ਨਹੀਂ ਦੇਣਾ। ਇਹ ਗੱਲ ਹੈ ਨਾਨਕ, ਤੂੰ ਸੱਚੀ ਕਰਕੇ ਪੱਕੀ ਕਰਕੇ ਮੰਨ ਲੈ, ਆਪਣੇ ਹਿਰਦੇ 'ਚ ਵਸਾ ਲੈ, ਤੇਰਾ ਇੱਥੇ ਕੁਝ ਵੀ ਨਹੀਂ ਹੈ। 5 ਸ਼ਲੋਕ ਨੇ ਜਿਹੜੇ ਆਪਾਂ ਵਿਚਾਰੇ ਨੇ, 57 ਸ਼ਲੋਕ ਨੇ। ਅਗਲਾ ਸਮਾਂ ਕਿਵੇਂ ਚੱਲਣਾ ਹੈ, ਕਿਵੇਂ ਗੁਰੂ ਨੇ ਖੇਡ ਵਰਤਾਉਣੀ ਹੈ, ਕੀ ਪ੍ਰਬੰਧਕ ਜਨਾਂ ਦਾ ਪ੍ਰੋਗਰਾਮ ਹੋਏਗਾ, ਉਹ ਜਾਣਦੇ ਨੇ। ਗੁਰੂ ਮਿਹਰ ਕਰੇ ਇੱਥੇ ਨਾ ਸਹੀ ਨਾ ਹੋ ਪਾਇਆ, ਕੋਈ ਗੱਲ ਨਹੀਂ, ਆਪਣੀ ਸਮਾਂ ਜਿੰਨਾ ਵੀ ਲੱਗੇ, ਜਦੋਂ ਵੀ ਲੱਗੇ, ਇੱਕ ਬੇਨਤੀ ਅਰਦਾਸ ਕਰਕੇ ਜਾਇਓ, ਮਹਾਰਾਜ ਕਿਰਪਾ ਕਰੋ ਇੱਕ ਵਾਰ ਸ਼ਲੋਕ, ਪੂਰੇ ਜਿੰਨੇ ਸ਼ਲੋਕ ਹਨ, ਸਤਿਨਾਮ 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 ਸਮਾਪਤੀ ਵੱਲ ਵਧੀਆ ਸਮਾਂ ਹੋ ਚੁੱਕਾ ਹੈ। ਅਰਜ਼ੋਈ ਕਰਿਓ, ਬੇਨਤੀ ਕਰਿਓ ਗੁਰੂ ਸਾਹਿਬ ਦੇ ਚਰਨਾਂ 'ਚ, ਮਹਾਰਾਜ ਕਿਰਪਾ ਕਰਿਓ ਜ਼ਿੰਦਗੀ ਵਿੱਚ ਇਹਨਾਂ ਸ਼ਲੋਕਾਂ ਦਾ ਪਾਠ ਅਰਥਾਂ ਸਮੇਤ, ਇਹ ਬੇਨਤੀ ਨੂੰ ਸਮਝੋ, ਇਹਨਾਂ ਸ਼ਲੋਕਾਂ ਦਾ ਪਾਠ ਅਰਥਾਂ ਸਮੇਤ ਅਸੀਂ ਆਪ ਪੜ੍ਹ ਸਕੀਏ, ਵਿਚਾਰ ਸਕੀਏ, ਸਮਝ ਸਕੀਏ। ਤੇ ਇਹ ਤੋਂ ਬਾਅਦ ਇੰਨੀ ਕਿਰਪਾ ਹੋਰ ਕਰ ਦਿਓ, ਆਨੰਦ ਬਣ ਜਾਏ, ਜੇ ਕਿਤੇ ਸਮਝੇ ਤੇ ਅਸੀਂ ਚੱਲ ਸਕੀਏ, ਸਾਡਾ ਜੀਵਨ ਬਦਲ ਜਾਏ। ਜ਼ਿੰਦਗੀ ਦਾ ਆਨੰਦ, ਜ਼ਿੰਦਗੀ ਦੀ ਜੋ ਮੰਜ਼ਿਲ ਹੈ, ਜੋ ਇੱਕ ਸਿੱਖ ਦੇ ਜੀਵਨ ਦੀ ਪ੍ਰਾਪਤੀ ਹੈ, ਜਿਹਦੇ ਵੱਲ ਅਸੀਂ ਆਏ ਹਾਂ, ਉਹ ਸਾਡੇ ਜੀਵਨ ਵਿੱਚ ਫਿਰ ਬਣ ਸਕਦਾ ਹੈ। ਤੇ ਸਾਡਾ ਜੀਵਨ ਫਿਰ ਗੁਰੂ ਗੁਰੂ ਕਰਦਾ ਹੋਇਆ, ਲੋਕ ਸੁਖੀਏ ਪ੍ਰਲੋਕ ਸੁਹਿਲੇ, ਨਾਨਕ ਹਰਿ ਪ੍ਰਭ ਆਪੇ ਮਿਲਦੇ ਹੋ ਜਾਏ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਗੁਰੂ ਸੰਗਤਾਂ ਦਾ, ਜਿਹੜੇ ਬੜੇ ਪਿਆਰ ਨਾਲ ਇਸ ਸਥਾਨ ਤੇ ਇਹਨਾਂ 40 ਦਿਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀਆਂ ਹਾਜ਼ਰੀਆਂ ਭਰਦੇ ਹੋ, ਬੜੀ ਸ਼ਰਧਾ ਨਾਲ ਆ ਕੇ ਧੰਨ ਦੀਆਂ ਸੇਵਾਵਾਂ ਵੀ ਨਿਭਾਉਂਦੇ ਹੋ। ਤੇ ਤਕਰੀਬਨ ਸਭ ਨੂੰ ਇੰਤਜ਼ਾਰ ਰਹਿੰਦਾ ਹੈ ਇਸ ਸਮਾਗਮ ਦਾ ਕਿ ਕਦੋਂ ਆਏ ਤੇ ਅਸੀਂ ਗੁਰੂ ਕੋਲ ਜਾ ਕੇ
ਹਰਕੀਆਂ ਕਥਾ ਕਹਾਣੀਆਂ ਦੇ ਨਾਲ ਸਾਂਝ ਪਾਈ। ਇਹ ਸਾਰੀ ਸਮੁੱਚੀ ਟੀਮ ਮੇਰੀ ਪੀਰੀ ਆਗਮਨ ਗੁਰਪੁਰਬ ਕਮੇਟੀ ਦੇ ਜਿੰਨੇ ਵੀ ਸੇਵਾਦਾਰ ਨੇ, ਪ੍ਰਬੰਧਕ ਜਨ ਨੇ, ਇਹਨਾਂ ਸਭਨਾਂ ਵੀਰਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਜਿਹੜੇ ਸੋਹਣਾ ਪ੍ਰੋਗਰਾਮ ਕਮੇਟੀ ਨੇ ਸਾਰੇ ਪ੍ਰਬੰਧ ਕਰਦੇ ਨੇ ਤੇ ਇਹਦੇ ਨਾਲ ਸਾਰਾ ਗੁਰੂ ਸਟਾਫ ਜੋ ਭਾਈ ਸਾਹਿਬ, ਭਾਈ ਨਗਰ ਪ੍ਰਵਿੰਦਰ ਸਿੰਘ ਜੀ, ਭਾਈ ਗਿਆਨ ਸਿੰਘ ਜੀ, ਗੁਰੂ ਕੇ ਰਤਨ ਕੀਰਤਨ ਦੇ ਸਾਰੇ ਸੇਵਾਦਾਰ, ਮੀਡੀਆ ਵਾਲੇ, ਸਾਡੇ ਪੱਤਰਕਾਰ ਵੀਰ ਜਿਹੜੇ ਥਾਂ ਥਾਂ ਤੇ ਬੈਠੇ ਸੰਗਤਾਂ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਂਦੇ ਨੇ, ਸਭਨਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਹੋ ਗਈਆਂ ਅਨੇਕ ਭੁੱਲਾਂ ਦੀ ਖਿਮਾ, ਅਰਦਾਸ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਜੋ ਕਹਿੰਦੇ ਆ ਤੂੰ ਕਮਾ ਸਕੇ। ਫਿਰ ਇੱਥੇ ਹੀ ਸਮਾਪਤੀ ਪਾਓ ਫਤਿਹ ਦੀ ਸਾਂਝ ਗੱਲਬਾਤ ਕੀ ਆਪਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ